कवन गुण प्राण पत मिलो मेरी माई। रूपहीन बुद्ध बलहीनी मोहि परदेसन दूर ते आई। हौ आया दूर हो चल कै, मैं तक्की तौ सरनाए जियो। मैं आशा रखी चित मह, मेरा सबो दुख गवाए जियो। सतनाम श्री वाहिगुरु साहिब जी। भैरो महला पंजवा। सब ते ऊच जाका दरबार, सदा सदा ताको जोहार। सब ते ऊच जाका दरबार, सदा सदा ताको जोहार। ऊंचे ते ऊंचा जाका थान, कोट अगा मिटै हर नाम। तिस सरनाई सदा सुख होए, कर कृपा जाको मिलै सोए। रहाओ जाके करतब लखे ना जाए, जाका परवासा सब घट माहे। प्रगट भया साधु कै संग, भगत आराधै अन दिन रंग। देंदे थोट नहीं भंडार, खिन मैं थाप उथापन हार। जाका हुक्म ना मिटै कोई, सिर पातशाह साचा सोए। जिसकी ओट तिसै की आसा, दुख सुख हमरा तिस ही पासा। राख लीनो सब जन का पड़दा, नानक तिसकी उस्तत करदा। राख लीनो सब जन का पड़दा, नानक तिसकी उस्तत करदा। वाहिगुरु जी का खालसा, वाहिगुरु जी की फतेह। दसां पातशाहियां दी जोत, तख्त चौर छत्र ते मालक, जाहर जहूर हाजिर हजूर सर्व कला भरपूर। धन श्री गुरु ग्रंथ साहिब जी महाराज, सतगुरां दी अपरपार किरपा रहमत दा सदका, जगत गुरु जी जाहर पीर जगत गुर बाबा, धन धन श्री गुरु नानक देव साहिब जी महाराज, सतगुरां दे महान पावने अस्थान सचखंड दरबार गुरुद्वारा श्री बेर साहिब जी विखे अमृत वेले तो सजे हुए सुंदर दीवान दी हाजरी भर रही गुरु की साजी नवाजी हुई साध संगत जीओ। महाराज साहब जी ने कृपा की है, अपने अमृतमयी दर्शन बख्शिश कीते। अमृत वेले तो सतगुरां दे पावन दरबार की मर्यादा अनुसार पंज बाणियां दा नितनेम होण तो उपरंत आसा की वार दा संपूर्ण कीर्तन सतगुरां दी पावन हजूरी अंदर होया है। लड़ीवार रूप विच चल रही सतगुरां दी अमृत बाणी दी कथा। अज दा पावन पवित्र उपदेश महाराज साहब जी 1144 अंग हेठले पास्यों आरंभ हुंदा है। पावन शब्द
ਔਰ 1145 ਅੰਗ ਤੇ ਉੱਪਰਲੇ ਪਾਸੇ ਸੰਪੂਰਨ ਹੁੰਦਾ ਹੈ। ਸਤਿਗੁਰੂ ਮਹਾਰਾਜ ਸਾਹਿਬ ਜੀ ਜਿਵੇਂ ਵਾਹਿਗੁਰੂ ਪਰਮੇਸ਼ਰ ਦੀ ਸ਼ਰਨ ਦੀ ਮਹਿਮਾ ਕਥਨ ਕਰਦੇ ਹਨ ਕਿ ਪਰਮੇਸ਼ਰ ਵਾਹਿਗੁਰੂ ਜੀ ਦੀ ਸ਼ਰਨ ਲੈਣ ਦੇ ਨਾਲ ਸਦਾ ਵਾਸਤੇ ਸੁਖ ਪ੍ਰਾਪਤ ਹੁੰਦਾ ਹੈ ਤੇ ਪ੍ਰਭੂ ਦੀ ਸ਼ਰਨ ਵਿੱਚ ਉਹ ਜੀਵ ਪੈਂਦਾ ਹੈ ਜਿਸ ਨੂੰ ਪਰਮੇਸ਼ਰ ਜੀ ਆਪ ਕਿਰਪਾ ਕਰਕੇ ਪਾਉਂਦੇ ਹਨ। ਤਾਂ ਪ੍ਰਭੂ ਪਰਮੇਸ਼ਰ ਦੇ ਦਰਬਾਰ ਦੀ ਮਹਿਮਾ ਸਤਿਗੁਰੂ ਜੀ ਕਥਨ ਕਰਦੇ ਹਨ। ਸ਼ਰਧਾ ਭਾਵਨਾ ਤੇ ਸਤਿਕਾਰ ਸਹਿਤ ਸਰਵਣ ਕਰੀਏ। ਸਰਬੱਤ ਮਾਈ ਭਾਈ ਮਨ ਬਿਰਤੀਆਂ ਨੂੰ ਇਕਾਗਰ ਕਰਦਿਆਂ ਹੋਇਆਂ ਰਸਨਾ ਦੀ ਪਵਿੱਤਰਤਾ ਵਾਸਤੇ ਉਚਾਰਨ ਕਰੋ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਭੈਰੋ ਮਹੱਲਾ ਪੰਜਵਾ। ਭੈਰਵ ਰਾਗ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅੰਮ੍ਰਿਤ ਬਾਣੀ ਰਾਗਾਂ ਤੇ ਰਾਗਣੀਆਂ ਦੇ ਅੰਦਰ ਹੈ ਔਰ ਭੈਰੋ ਰਾਗ ਦਾ 24ਵਾਂ ਸਥਾਨ ਹੈ ਗੁਰੂ ਕੀ ਬਾਣੀ ਦੇ ਅੰਦਰ। ਸ੍ਰੀ ਰਾਗ ਮਾਝ ਗੌੜੀ ਆਸਾ ਸੰਗ ਭਈ ਬੌਰੀ ਗੂਜਰੀ ਗੰਧਾਰੀ ਤੇ ਪਿਹਾਗੜਾ ਸੁਹਾਇਓ ਹੈ। ਵਡਹੰਸ ਸੋਰਠ ਧਨਾਸਰੀ ਤੇ ਜੈਤਸਰੀ ਕੋਟੀ ਤੇ ਬੈਰਾੜੀਓ ਤਿਲੰਗ ਸੂਹੀ ਛਾਇਓ ਹੈ। 31 ਰਾਗ ਰਾਗਣੀਆਂ ਹਨ। ਸਭ ਤੋਂ ਪਹਿਲਾ ਸਥਾਨ ਸ੍ਰੀ ਰਾਗ ਦਾ ਹੈ। 31ਵਾਂ ਜੈਜਾਵੰਤੀ ਦਾ ਹੈ। ਸ੍ਰੀ ਰਾਗ ਮਾਝ ਹੈ, ਗੌੜੀ, ਆਸਾ, ਗੂਜਰੀ, ਦੇਵ ਗੰਧਾਰੀ, ਬਿਹਾਗੜਾ, ਵਡਹੰਸ, ਸੋਰਠ, ਧਨਾਸਰੀ, ਜੈਤਸਰੀ, ਟੋਟੀ, ਬੈਰਾੜੀ, ਤਿਲੰਗ, ਸੂਹੀ, ਬਿਲਾਵਲ, ਗੋਂਡ, ਰਾਮਕਲੀ, ਨਟ ਨਾਰਾਇਣ, ਮਾਲੀ ਗੌੜਾ, ਮਾਰੂ, ਤੁਖਾਰੀ, ਕੇਦਾਰਾ, ਭੈਰੋ, ਬਸੰਤ, ਸਾਰਗ, ਮਲਾਰ, ਕਾਨੜਾ, ਕਲਿਆਣ, ਪ੍ਰਭਾਤੀ ਤੇ ਜੈਜਾਵੰਤੀ। ਜੋ ਭੈਰਵ ਰਾਗ ਹੈ ਇਹ ਗੁਰੂ ਕੀ ਬਾਣੀ ਵਿੱਚ 24 ਨੰਬਰ ਤੇ ਹੈ ਔਰ ਰਾਗ ਮਾਲਾ ਦੇ ਅੰਦਰ ਸਾਧ ਸੰਗਤ ਜੀ ਮਹਾਰਾਜ ਸਾਹਿਬ ਜੀ ਨੇ ਰਾਗਾਂ ਰਾਗਣੀਆਂ ਦੀ ਉਹਨਾਂ ਦੇ ਪਰਿਵਾਰ ਦੀ ਗਿਣਤੀ 84 ਦੱਸੀ ਹੈ ਮਹਾਰਾਜ ਸਾਹਿਬ ਜੀ। ਖਸਟ ਰਾਗਿਓ ਨਗਾਏ ਸੰਗ ਰਾਗਨੀ ਤੀਸ ਸਭੈ ਪੁੱਤਰ ਰਾਗ ਅੰਨ ਕੇ 18 10 20। ਤੋ ਸਤਿਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਭੈਰਵ ਰਾਗ ਦੇ ਅੰਦਰ ਕਿਰਪਾ ਕਰਦੇ ਹਨ। ਮਹੱਲਾ ਪੰਜਵਾ। ਪੰਚਮ ਪਾਤਸ਼ਾਹ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜਿਨ੍ਹਾਂ ਸਤਿਗੁਰਾਂ ਨੇ ਆਪਣੀ ਰਸਨਾ ਤੋਂ 30 ਰਾਗਾਂ ਰਾਗੜੀਆਂ ਦੇ ਅੰਦਰ ਅੰਮ੍ਰਿਤ ਬਾਣੀ ਉਚਾਰਨ ਕੀਤੀ ਹੈ। ਸ੍ਰੀ ਰਾਗ ਤੋਂ ਲੈ ਕੇ ਪ੍ਰਭਾਤੀ ਰਾਗ ਤੱਕ। ਤੋ ਸਤਿਗੁਰੂ ਬਾਣੀ ਕੇ ਬੋਹਿਤ ਸ਼ਾਂਤ ਸਰੂਪ ਗੈਰ ਗੰਭੀਰ ਜਿਨ੍ਹਾਂ ਨੂੰ ਬਚਪਨ ਦੇ ਵਿੱਚ ਨਾਨਾ ਜੀ ਸਤਿਗੁਰੂ ਤੀਜੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਨੇ ਵਰਦਾਨ ਦਿੱਤਾ। ਦੋਹਿਤਾ ਬਾਣੀ ਕਾ ਬੋਹਿਤਾ। ਬਾਣੀ ਕੇ ਬੋਹਿਤ ਸਤਿਗੁਰੂ ਸ਼ਹੀਦਾਂ ਦੇ ਸਿਰਤਾਜ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਉਚਾਰਨ ਕਰਦੇ ਹਨ। ਸਭ ਤੇ ਊਚ ਜਾ ਕਾ ਦਰਬਾਰ। ਮਹਾਰਾਜ ਕਹਿੰਦੇ ਸਾਰਿਆਂ ਤੋਂ ਉੱਚਾ ਹੈ ਜਾ ਕਾ ਦਰਬਾਰ, ਜਿਸ ਦਾ ਦਰਬਾਰ। ਵਾਹਿਗੁਰੂ ਪਰਮੇਸ਼ਰ ਦਾ ਦਰਬਾਰ ਸਾਰਿਆਂ ਤੋਂ ਉੱਚਾ ਕਿਉਂਕਿ ਉਹ ਆਪ ਸਭ ਤੋਂ ਉੱਚਾ ਹੈ। ਜੋ ਆਪ ਸਭ ਤੋਂ ਉੱਚਾ ਹੈ ਉਹਦਾ ਘਰ ਵੀ ਸਭ ਤੋਂ ਉੱਚਾ ਹੈ, ਉਸ ਦਾ ਦਰਬਾਰ ਵੀ ਸਭ ਤੋਂ ਉੱਚਾ ਹੈ। ਬਾਕੀ ਜਿੰਨੇ ਵੀ ਪੀਰ ਪੈਗੰਬਰ ਅਵਤਾਰ ਔਲੀਏ ਰਿਸ਼ੀ ਮੁਨੀ ਸੰਤ ਭਗਤ ਦੇਵੀ ਦੇਵਤੇ ਉਹ ਸਾਰੇ ਪਰਮੇਸ਼ਰ ਵਾਹਿਗੁਰੂ ਜੀ ਦੇ ਪੈਦਾ ਕੀਤੇ ਆ। ਉਹ ਕਿਰਤ ਵਾ, ਬਾਕੀ ਸਾਰੀ ਕਰਤਾ ਤੇ ਇੱਕ ਹੀ ਹੈ। ਜਿਸ ਨੂੰ ਮਹਾਰਾਜ ਸਾਹਿਬ ਜੀ ਨੇ ਆਖਿਆ ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ
ਜਪ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਇਹ ਹੁਣ ਪਰਮੇਸ਼ਰ ਵਾਹਿਗੁਰੂ ਜੀ ਦਾ, ਅਕਾਲ ਪੁਰਖ ਪ੍ਰਭੂ ਜੀ ਦਾ ਸਰੂਪ ਕਥਨ ਕੀਤਾ ਸਾਹਿਬ। ਉਹ ਇੱਕ ਹੈ, ਓੰਕਾਰ ਸਾਰਿਆਂ ਦਾ ਪ੍ਰਕਾਸ਼ਕ ਹੈ, ਸਾਰੀ ਸ੍ਰਿਸ਼ਟੀ ਦੀ ਰਚਨਾ ਪਾਲਣਾ ਲੈਦਾ ਕਰਨ ਵਾਲਾ ਹੈ। ਸਤਿਨਾਮ ਉਹਦਾ ਨਾਮ ਸੱਚਾ ਹੈ। ਕਰਤਾ ਪੁਰਖ, ਉਹ ਸਾਰੀ ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲਾ ਤੇ ਫਿਰ ਪੁਰਖ ਵਿਆਪਕ ਹੈ। ਨਿਰਭਉ, ਡਰ ਤੋਂ ਰਹਿਤ ਹੈ। ਨਿਰਵੈਰ, ਵੈਰ ਨਹੀਂ ਕਿਸੇ ਨਾਲ ਕਰਦਾ, ਵੈਰ ਤੋਂ ਰਹਿਤ ਹੈ। ਅਕਾਲ ਮੂਰਤ, ਉਸ ਦੀ ਜੋ ਮੂਰਤ ਹੈ, ਜੋ ਸਰੂਪ ਹੈ, ਜੋ ਹਸਤੀ ਹੈ, ਉਹ ਕਾਲ ਤੋਂ ਰਹਿਤ ਹੈ। ਕਾਲ ਨਾਮ ਹੁੰਦਾ ਹੈ ਸਮੇਂ ਦਾ, ਕਾਲ ਨਾਮ ਹੁੰਦਾ ਹੈ ਮੌਤ ਦਾ। ਸਮੇਂ ਤੋਂ ਵੀ ਰਹਿਤ ਹੈ ਪਰਮੇਸ਼ਰ ਤੇ ਮੌਤ ਤੋਂ ਵੀ ਰਹਿਤ ਹੈ। ਬਾਕੀ ਸਾਰੇ ਸਮੇਂ ਦੇ ਵਿੱਚ ਹਨ। ਦੇਖੋ, ਹਰੇਕ ਸਰੀਰ ਦੀ ਜਨਮ ਤਰੀਕ ਹੈ। ਲੋਕ ਜਨਮ ਦਿਨ ਮਨਾਉਂਦੇ ਹਨ ਕਿਉਂਕਿ ਜਨਮ ਦੀ ਤਰੀਕ ਹੈ ਨਾ। ਉਸ ਤਰੀਕ ਤੋਂ ਪਹਿਲਾਂ ਉਹ ਸਰੀਰ ਨਹੀਂ ਸੀ, ਤੇ ਮਰਨ ਤਰੀਕ ਵੀ ਹੈ ਹਰੇਕ ਦੀ। ਪਰ ਪਰਮੇਸ਼ਰ ਵਾਹਿਗੁਰੂ ਜੀ ਦਾ ਬਾਰੇ ਕੋਈ ਸਮਾਂ ਦੱਸ ਨਹੀਂ ਸਕਦਾ। ਉਹ ਕਾਲ ਤੋਂ ਰਹਿਤ ਹੈ। ਕਾਲ ਹੁੰਦਾ ਹੈ ਸਮੇਂ ਦਾ ਨਾਮ। ਬੀਤ ਚੁੱਕਾ ਕਾਲ, ਚੱਲ ਰਿਹਾ ਕਾਲ ਤੇ ਆਉਣ ਵਾਲਾ ਕਾਲ, ਜਿਸ ਨੂੰ ਕਿਹਾ ਜਾਂਦਾ ਹੈ ਭੂਤ ਕਾਲ, ਭਵਿੱਖ ਕਾਲ, ਵਰਤਮਾਨ ਕਾਲ। ਪਰ ਉਹ ਪਰਮੇਸ਼ਰ ਵਾਹਿਗੁਰੂ ਅਕਾਲ ਮੂਰਤ ਹੈ, ਸਮੇਂ ਤੋਂ ਪਰੇ ਹੈ ਉਹ ਸਰੂਪ। ਮੌਤ ਤੋਂ ਰਹਿਤ ਹੈ ਵਾਹਿਗੁਰੂ ਜੀ ਦੀ ਹਸਤੀ। ਅਜੂਨੀ, ਫਿਰ ਉਹ ਜੂਨੀਆਂ ਵਿੱਚ ਨਹੀਂ ਆਉਂਦਾ। ਸਹਿਭੰ, ਆਪਣੇ ਆਪ ਤੋਂ ਪ੍ਰਕਾਸ਼ਮਾਨ ਹੈ। ਗੁਰ ਪ੍ਰਸਾਦ, ਗੁਰ ਚੇਤਨ ਸਰੂਪ ਹੈ, ਪ੍ਰਸਾਦ ਆਨੰਦ ਸਰੂਪ ਹੈ। ਔਰ ਗੁਰੂ ਦੀ ਕਿਰਪਾ ਨਾਲ ਹੀ ਉਸ ਦੀ ਪ੍ਰਾਪਤੀ ਹੁੰਦੀ ਹੈ। ਜਪ, ਮਹਾਰਾਜ ਕਹਿੰਦੇ ਜਪੋ ਐਸੇ ਪਰਮੇਸ਼ਰ ਨੂੰ। ਆਦ ਸੱਚ, ਜਿਹੜਾ ਸ੍ਰਿਸ਼ਟੀ ਦੇ ਆਦ ਵਿੱਚ ਵੀ ਸੱਚ ਹੈ, ਸ੍ਰਿਸ਼ਟੀ ਦੀ ਹੋਂਦ ਤੋਂ ਪਹਿਲਾਂ ਵੀ ਸੱਚ ਹੈ। ਜੁਗਾਦ ਸੱਚ, ਜਦੋਂ ਨੇ ਸ੍ਰਿਸ਼ਟੀ ਪੈਦਾ ਕੀਤੀ, ਯੁੱਗ ਬਣਾ ਦਿੱਤੇ, ਸਤਯੁਗ, ਤ੍ਰੇਤਾ, ਦੁਆਪਰ, ਕਲਯੁਗ, ਯੁੱਗਾਂ ਦੇ ਆਦ ਵਿੱਚ ਵੀ ਉਹ ਸੱਚਾ ਹੈ ਵੀ ਸੱਚ। ਹੁਣ ਵਰਤਮਾਨ ਕਾਲ ਵਿੱਚ ਵੀ ਉਹ ਸੱਚ ਸਰੂਪ ਹੈ। ਨਾਨਕ ਹੋਸੀ ਵੀ ਸੱਚ, ਤੇ ਆਉਣ ਵਾਲੇ ਸਮੇਂ 'ਚ ਭਵਿੱਖ ਕਾਲ ਵਿੱਚ ਵੀ ਉਹ ਸੱਚਾ ਹੋਵੇਗਾ। ਤਾਂ ਉਹ ਪਰਮੇਸ਼ਰ ਸੱਚ, ਪਰਮੇਸ਼ਰ ਨਿਤ ਨਵਾਂ, ਨਿਤ ਨਵਾਂ ਹੈ ਤੇ ਸਦਾ ਸੱਚਾ ਹੈ, ਸਦਾ ਸਲਾਮਤ ਹੈ। ਤੂੰ ਸਦਾ ਸਲਾਮਤ ਨਿਰੰਕਾਰ। ਇਸ ਕਰਕੇ ਉਹ ਇੱਕੋ ਇੱਕ ਪਰਮੇਸ਼ਰ ਵਾਹਿਗੁਰੂ ਹੀ ਕਰਤਾ ਹੈ ਸਾਰੀ ਸ੍ਰਿਸ਼ਟੀ ਦਾ। ਬਾਕੀ ਤੇ ਸਾਰੀ ਉਹਦੀ ਕਿਰਤ ਹੈ। ਉਹਨੇ ਅਵਤਾਰ ਪੈਦਾ ਕੀਤੇ, ਨਿਤ ਅਵਤਾਰ, ਨਮਿਤ ਅਵਤਾਰ, ਕਲਾ ਅਵਤਾਰ, ਅੰਸਾ ਅਵਤਾਰ, ਵੇਸ਼ਾ ਅਵਤਾਰ। ਕਿਸੇ ਨੂੰ ਕਿੰਨੀਆਂ ਕਲਾ ਦੇ ਕੇ ਭੇਜਿਆ, ਕਿਸੇ ਨੂੰ ਕਿੰਨੀਆਂ ਕਲਾ ਦੇ ਕੇ ਭੇਜਿਆ। ਉਹ ਸਾਰੀ ਉਹਦੇ ਭੇਜੇ ਹੋਏ ਉਹਦੀ ਕਿਰਤ ਹੈ। ਕੋਈ 14 ਕਲਾ ਭੇਜਿਆ ਉਸਨੇ, ਕੋਈ 16 ਕਲਾ ਭੇਜਿਆ, ਵੱਖ-ਵੱਖ ਕਲਾ ਦੇ, ਤੇ ਉਸਦੇ ਕੰਮ ਕਰਨ ਵਾਲੇ ਹਨ। ਦੇਵੀ ਦੇਵਤੇ ਉਹਨੇ ਪੈਦਾ ਕੀਤੇ, ਸਾਰੀ ਸ੍ਰਿਸ਼ਟੀ ਉਸਨੇ ਪੈਦਾ ਕੀਤੀ। ਇਸ ਕਰਕੇ ਉਹ ਸਾਰੀ ਸ੍ਰਿਸ਼ਟੀ ਨੂੰ ਘੜਨ ਵਾਲਾ ਵੀ ਹੈ, ਪਾਲਣ ਵਾਲਾ ਵੀ ਹੈ, ਤੇ ਸਾਰੀ ਸ੍ਰਿਸ਼ਟੀ ਨੂੰ ਭੰਨਣ ਵਾਲਾ ਵੀ ਹੈ, ਸਮਾਪਤ ਕਰਨ ਵਾਲਾ ਵੀ, ਭੰਨਣ ਘੜਨ ਸਮਰੱਥ ਵੀ ਹੈ। ਐਸਾ ਉਹ ਪਰਮੇਸ਼ਰ। ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਭਗਉਤੀ ਕੀ ਵਾਰ ਦੀ ਦੂਸਰੀ ਪੌੜੀ ਦੇ ਵਿੱਚ ਉਚਾਰਨ ਕਰਦੇ ਹਨ। ਜਿਸ ਵਾਰ ਦੀ ਪਹਿਲੀ ਪੌੜੀ ਸਾਡੀ ਅਰਦਾਸ ਹੈ। ਆਪਾਂ ਅਰਦਾਸ ਕਰਦੇ ਹਾਂ ਰੋਜ਼, ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ, ਸ੍ਰੀ ਭਗਉਤੀ ਜੀ ਸਹਾਏ। ਵਾਰ ਸ੍ਰੀ ਭਗਉਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਉਤੀ ਸਿਮਰ ਕੈ, ਗੁਰ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ, ਰਾਮਦਾਸੈ ਹੋਈ ਸਹਾਏ।
ਅਰਜਨ ਹਰ ਗੋਬਿੰਦ ਨੂੰ ਸਿਮਰਾਓ, ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈਐ, ਜਿਸ ਡਿਠੈ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਆ, ਘਰ ਨਾਉ ਨਿਧ ਆਵੈ ਧਾਏ। ਸਭ ਥਾਈ ਹੋਏ ਸਹਾਏ। ਇੱਥੋਂ ਤੀਕ ਇਹ ਪਹਿਲੀ ਪੌੜੀ ਹੈ ਭਗਉਤੀ ਕੀ ਵਾਰ, ਜਿਸ ਨੂੰ ਆਮ ਗੁਰਸਿੱਖ ਚੰਡੀ ਦੀ ਵਾਰ ਵੀ ਕਹਿ ਦਿੰਦੇ ਹਨ, ਪਰ ਸਰਲੇਖ ਹੈ ਭਗਉਤੀ ਕੀ ਵਾਰ। ਤਾਂ ਸਾਧ ਸੰਗਤ ਜੀ, ਇਸ ਦੀ ਦੂਸਰੀ ਪੌੜੀ ਚ ਮਹਾਰਾਜ ਸਾਹਿਬ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਪਰਮੇਸ਼ਰ ਦੇ ਬਾਰੇ ਕਥਨ ਕਰਦਿਆਂ ਹੋਇਆਂ ਕਹਿੰਦੇ ਹਨ ਕਿ ਵਾਹਿਗੁਰੂ ਪਰਮੇਸ਼ਰ ਵੱਡਾ ਹੈ, ਸਭ ਤੋਂ ਵੱਡਾ ਹੈ। ਉਸਨੇ ਸਾਰਿਆਂ ਨੂੰ ਪੈਦਾ ਕੀਤਾ, ਬਾਕੀ ਸਾਰੀ ਉਹਦੀ ਰਚਨਾ ਹੈ, ਉਹਦੀ ਸਿਰਜਣਾ ਹੈ, ਉਹ ਸਿਰਜਣਹਾਰ ਹੈ। ਬਾਕੀ ਉਹਦੀ ਕਿਰਤ ਹੈ, ਉਹ ਕਰਤਾ ਹੈ। ਤੇ ਮਹਾਰਾਜ ਕਹਿੰਦੇ ਕਿਸੇ ਨੇ ਵੀ ਉਹਦਾ ਅੰਤ ਨਹੀਂ ਪਾਇਆ। ਜਿਹੜੀ ਕਿਰਤ ਹੈ ਉਹ ਕਰਤੇ ਦਾ ਅੰਤ ਨਹੀਂ ਪਾ ਸਕਦੀ। ਜਿਵੇਂ ਪੁੱਤ ਆਪਣੇ ਪਿਤਾ ਦੇ ਬਾਰੇ ਨਹੀਂ ਨਾ ਜਾਣ ਸਕਦਾ, ਪਿਤਾ ਕਾ ਜਨਮ ਕੇ ਜਾਣੈ ਪੂਤ, ਸਗਲ ਪਰੋਈ ਆਪਣੇ ਸੂਤ। ਇਹ ਸੁਖਮਨੀ ਸਾਹਿਬ ਚ ਪੰਜਵੇਂ ਪਾਤਸ਼ਾਹ ਨੇ ਆਖਿਆ। ਮਹਾਰਾਜ ਕਹਿੰਦੇ ਪਿਤਾ ਦੇ ਜਨਮ ਨੂੰ ਪੁੱਤਰ ਕਿਵੇਂ ਜਾਣ ਸਕਦਾ? ਕਿਉਂਕਿ ਜਦੋਂ ਪਿਤਾ ਦਾ ਜਨਮ ਹੋਇਆ, ਪੁੱਤਰ ਦੀ ਉਦੋਂ ਹੋਂਦ ਹਸਤੀ ਹੈ ਹੀ ਨਹੀਂ। ਪਿਤਾ ਦੇ ਜਨਮ ਬਾਰੇ ਪੁੱਤਰ ਕਿਵੇਂ ਜਾਣ ਸਕਦਾ? ਤਾਂ ਜਾਣ ਸਕਦਾ ਜੇ ਪਿਤਾ ਆਪ ਦੱਸ ਦਵੇ ਵੀ ਮੇਰੀ ਆਹ ਜਨਮ ਤਰੀਕ, ਆਹ ਜਨਮ ਡੇਟ। ਫਿਰ ਤਾਂ ਜਾਣ ਸਕਦਾ ਜੇ ਜਣਾ ਦਵੇ ਪਿਤਾ, ਜੇ ਦੱਸ ਦਵੇ। ਜੇ ਪਿਤਾ ਨਾ ਦੱਸੇ ਤੇ ਫਿਰ ਪੁੱਤਰ ਨੂੰ ਕਿੱਥੋਂ ਪਤਾ ਲੱਗਣਾ? ਜਿਵੇਂ ਇੱਕ ਪੁੱਤਰ ਆਪਣੇ ਪਿਤਾ ਦੇ ਜਨਮ ਬਾਰੇ ਨਹੀਂ ਜਾਣ ਸਕਦਾ, ਸਾਰੀ ਸ੍ਰਿਸ਼ਟੀ ਉਹਦਾ ਪੁੱਤਰ ਹੈ ਤੇ ਉਹ ਸਾਰੀ ਸ੍ਰਿਸ਼ਟੀ ਦਾ ਕਰਤਾ ਪੁਰਖ ਪਿਤਾ ਹੈ। ਪਿਤਾ ਬਾਰੇ ਸੰਸਾਰ ਜਾਣ ਨਹੀਂ ਸਕਦਾ ਆਪਣੇ ਆਪ। ਜਿਸ ਨੂੰ ਤੂੰ ਜਾਣ ਆਏ ਹੈ, ਸੋਈ ਜਨ ਜਾਣੈ, ਹਰ ਗੁਣ ਸਦ ਹੀ ਆਖ ਵਖਾਣੈ। ਕਰਤੇ ਨੂੰ ਕਿਰਤ ਕਿਵੇਂ ਜਾਣ ਸਕਦੀ ਹੈ? ਕਿਰਤ ਨੂੰ ਤਾਂ ਉਹਨੇ ਪੈਦਾ ਕੀਤਾ ਹੈ, ਤੇ ਜਿੰਨੀ ਕੁ ਉਹਨੇ ਅਕਲ ਦਿੱਤੀ ਉਨੀ ਕੁ ਕਿਸੇ ਨੂੰ ਮਿਲੀ ਹੈ, ਜਿੰਨੀ ਕੁ ਮੱਤ ਉਹਨੇ ਦਿੱਤੀ ਉਨੀ ਕੁ ਮਿਲੀ ਹੈ। ਉਹ ਤਾਂ ਵਿਸ਼ਾਲ ਹੈ, ਉਹ ਤੇ ਅਸੀਮ ਹੈ, ਉਹ ਤੇ ਅਗਾਧ ਬੋਧ ਹੈ, ਡੂੰਘਾ ਹੈ। ਇਸ ਕਰਕੇ ਮਹਾਰਾਜ ਕਹਿੰਦੇ ਕਰਤੇ ਕੀ ਮਿੱਤ ਨਾ ਜਾਣੈ ਕੀਆ, ਨਾਨਕ ਜੋ ਤਿਸ ਭਾਵੈ ਸੋ ਵਰਤੀਆ। ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਭਗਉਤੀ ਕੀ ਵਾਰ ਦੀ ਦੂਸਰੀ ਪੌੜੀ ਚ ਕਹਿੰਦੇ, ਪੌੜੀ ਖੰਡਾ ਪ੍ਰਿਥਮੈ ਸਾਜ ਕੈ, ਜਿਨ ਸਭ ਸਹਿ ਸਾਰਿ ਪਾਇਆ। ਬ੍ਰਹਮਾ ਬਿਸ਼ਨ ਮਹੇਸ਼ ਸਾਜ, ਕੁਦਰਤੀ ਦਾ ਖੇਲ ਰਚਾਏ ਬਣਾਇਆ। ਉਹ ਕਰਤਾ ਹੈ ਜਿਹਨੇ ਬਾਕੀ ਸਾਰੀ ਕੁਦਰਤ ਸਾਜੀ ਹੈ ਨਾ। ਉੱਥੇ ਉਹਨੇ ਬ੍ਰਹਮਾ, ਵਿਸ਼ਨੂੰ ਤੇ ਮਹੇਸ਼ ਸ਼ਿਵ ਜੀ ਨੂੰ ਵੀ ਸਾਜਿਆ। ਇੱਕ ਥਾਂ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਇਹ ਵੀ ਕਹਿੰਦੇ ਆ, ਕਾਲ ਪੁਰਖ ਕੀ ਦੇਹ ਮੋਹ ਕੋਟਕ ਬਿਸ਼ਨ ਮਹੇਸ਼, ਕੋਟ ਇੰਦਰ ਬ੍ਰਹਮਾ ਕਿਤੇ ਰਾਵਸਸ ਕਰੋੜ ਜਲੇਸ। ਮਹਾਰਾਜ ਕਹਿੰਦੇ ਕਰੋੜਾਂ ਕਰੋੜਾਂ ਹੀ ਉਹਦੀ ਦੇਹ ਦੇ ਵਿੱਚ। ਕਾਲ ਪੁਰਖ ਕੀ ਦੇਹ ਮੋਹ ਕੋਟਕ ਬਿਸ਼ਨ ਮਹੇਸ਼, ਕਰੋੜਾਂ ਵਿਸ਼ਨੂੰ, ਕਰੋੜਾਂ ਮਹੇਸ਼, ਕਰੋੜਾਂ ਬ੍ਰਹਮਾ। ਕੋਟ ਬ੍ਰਹਮੇ ਜਗ ਸਾਜਣ ਲਾਏ, ਕੋਟ ਇੰਦਰ ਬ੍ਰਹਮਾ ਕਿਤੇ, ਕਰੋੜਾਂ ਇੰਦਰ ਦੇਵਤੇ, ਕਿਤਨੇ ਹੀ ਬ੍ਰਹਮਾ, ਕਰੋੜਾਂ ਹੀ ਸੂਰਜ, ਕਰੋੜਾਂ ਹੀ ਚੰਦ, ਕਰੋੜਾਂ ਹੀ ਜਲ ਦੇਵਤੇ, ਰਾਵ ਸਸ ਕਰੋੜ ਜਲੇਸ। ਖੰਡਾ ਪ੍ਰਿਥਮੈ ਸਾਜ ਕੈ, ਜਿਨ ਸਭ ਸਹਿ ਸਾਰੇ ਉਪਾਇਆ। ਬ੍ਰਹਮਾ ਵਿਸ਼ਨ ਮਹੇਸ਼ ਸਾਜ, ਕੁਦਰਤੀ ਦਾ ਖੇਲ ਰਚਾਏ ਬਣਾਇਆ। ਸਿੰਧ ਪਰਬਤ ਮੇਦਨੀ, ਬਿਨ ਥੰਮਾ ਗਗਨ ਰਹਾਇਆ। ਅੰਮ੍ਰਿਤ ਦੇ ਦਾਤੇ, ਪੰਥ ਦੇ ਵਾਲੀ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਆਪਣੀ ਰਚਨਾ ਚ ਕਹਿੰਦੇ ਆ, ਉਸਨੇ ਸਮੁੰਦਰ ਪੈਦਾ ਕੀਤੇ, ਉਸਨੇ ਮੇਦਨੀ ਧਰਤੀ ਪੈਦਾ ਕੀਤੀ, ਪਰਬਤ ਪਹਾੜ ਪੈਦਾ ਕੀਤੇ, ਸਿੰਧ ਪਰਬਤ ਮੇਦਨੀ,
ਬਿਨ ਥੰਮਾ ਗਗਨ ਰਹਾਇਆ, ਬਿਨਾ ਥੰਮਾ ਤੋਂ ਆਕਾਸ਼ ਖਿਲਾਰਿਆ ਉਸ, ਬਿਨਾ ਥੰਮਾ ਤੋਂ। ਸਿਰਜੇ ਦਾਨੋ ਦੇਵਤੇ, ਤੇਨੇ ਅੰਦਰ ਬਾਦ ਰਚਾਇਆ। ਦੇਵਤੇ ਵੀ ਉਹਦੀ ਕਿਰਤ ਵਾ ਤੇ ਦਾਨਵ ਵੀ ਉਸ ਦੀ ਕਿਰਤ ਵਾ। ਦੇਵਤਿਆਂ ਨੂੰ ਵੀ ਉਹਨੇ ਪੈਦਾ ਕੀਤਾ ਤੇ ਦੈਂਤਾਂ ਨੂੰ ਵੀ ਉਸਨੇ ਪੈਦਾ ਕੀਤਾ। ਇਹ ਉਹਦਾ ਤਮਾਸ਼ਾ ਹੈ, ਇਹ ਉਸ ਦੀ ਖੇਡ ਹੈ। ਉਹਨੇ ਦੋ ਟੀਮਾਂ ਬਣਾ ਦਿੱਤੀਆਂ, ਜਿਵੇਂ ਛੋਟੇ ਛੋਟੇ ਬੱਚੇ ਖੇਡਦੇ ਆ ਨਾ, ਦੋ ਟੀਮਾਂ ਬਣਾ ਕੇ। ਵੱਡੇ ਵੀ ਖੇਡਦੇ ਆ ਅੱਜ ਕੱਲ੍ਹ ਤੇ ਦੇਸ਼ਾਂ ਦੀਆਂ ਟੀਮਾਂ ਬੜੀਆਂ ਹੁੰਦੀਆਂ। ਇਹ ਹਿੰਦੁਸਤਾਨ ਦੀ ਟੀਮ ਆ ਜੀ, ਇਹ ਪਾਕਿਸਤਾਨ ਦੀ ਹੈ ਜੀ, ਇਹ ਕੈਨੇਡਾ ਦੀ ਹੈ, ਅਮਰੀਕਾ ਦੀ ਹੈ। ਪਹਿਲਾਂ ਨਿੱਕੇ ਨਿੱਕੇ ਬੱਚੇ ਦੋ ਜਥੇ ਬਣਾ ਕੇ ਖੇਡਦੇ ਆ, ਫਿਰ ਪਿੰਡਾਂ ਦੇ ਵਿੱਚ ਵੀ ਖੇਡਦੇ। ਅੱਗੇ ਕਬੱਡੀਆਂ ਘੋਲ ਖੇਡਦੇ ਹੁੰਦੇ ਸੀ, ਮੱਲਾਂ ਦੇ ਅਖਾੜੇ ਲੱਗਦੇ ਸੀ, ਹੁਣ ਤਾਂ ਵਿਰਲੇ ਵਿਰਲੇ ਥਾਵਾਂ ਤੇ। ਅੱਗੇ ਪਿੰਡਾਂ ਪਿੰਡਾਂ 'ਚ ਲੋਕ ਖੇਡਦੇ ਹੁੰਦੇ ਸੀ। ਦੋ ਟੀਮਾਂ ਬਣਾ ਕੇ ਪਰਮੇਸ਼ਰ ਨੇ ਵੀ ਦੋ ਟੀਮਾਂ ਹੀ ਬਣਾਈਆਂ, ਗੁਰਮੁਖਾਂ ਦੀ ਤੇ ਮਨਮੁਖਾਂ ਦੀ, ਆਸਤਿਕਾਂ ਦੀ ਤੇ ਨਾਸਤਿਕਾਂ ਦੀ, ਦੇਵਤਿਆਂ ਦੀ ਤੇ ਦੈਂਤਾਂ ਦੀ। ਹੁਣ ਦੈਂਤ ਆਪੇ ਤੇ ਨਹੀਂ ਪੈਦਾ ਹੋ ਗਏ, ਰਾਖਸ਼ ਆਪੇ ਤਾਂ ਨਹੀਂ ਪੈਦਾ ਹੋ ਗਏ, ਰਾਖਸ਼ਾਂ ਨੂੰ ਵੀ ਉਹਨੇ ਹੀ ਪੈਦਾ ਕੀਤਾ। ਜੇ ਦੇਵਤੇ ਉਹਨੇ ਪੈਦਾ ਕੀਤੇ ਤੇ ਰਾਖਸ਼ ਵੀ ਉਹਨੇ ਪੈਦਾ ਕੀਤੇ। ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਆਪ ਹੀ ਉਹਨੇ ਦੋਨਾਂ ਨੂੰ ਪੈਦਾ ਕੀਤਾ ਤੇ ਆਪ ਹੀ ਉਹਨੇ ਦੋਨਾਂ ਵਿੱਚ ਝਗੜਾ ਪੈਦਾ ਕੀਤਾ। ਕਿਉਂਕਿ ਜਦੋਂ ਮਤਾ ਨਹੀਂ ਮਿਲਦਾ, ਜਦੋਂ ਸਲਾਹ ਨਹੀਂ ਮਿਲਦੀ, ਜਦੋਂ ਵਿਚਾਰ ਨਹੀਂ ਮਿਲਦੀ, ਉੱਥੇ ਲੜਾਈ ਹੁੰਦੀ ਹੈ। ਜਿੱਥੇ ਵਿਚਾਰਧਾਰਾ ਨਹੀਂ ਮਿਲਦੀ ਉੱਥੇ ਲੜਾਈ ਹੈ। ਭਾਵੇਂ ਪਰਿਵਾਰ ਹੋਵੇ, ਭਾਵੇਂ ਕੋਈ ਸਭਾ ਸੁਸਾਇਟੀ ਹੋਵੇ, ਭਾਵੇਂ ਸੰਸਾਰ ਹੋਵੇ, ਜਿੱਥੇ ਵਿਚਾਰ ਨਹੀਂ ਮਿਲੇਗੀ ਉੱਥੇ ਲੜਾਈ ਹੋਵੇ। ਸਿਰਜੇ ਦਾਨੋ ਦੇਵਤੇ, ਤੇਨੇ ਅੰਦਰ ਬਾਦ ਰਚਾਇਆ। ਦੇਵਤੇ ਤੇ ਦੈਂਤ ਆਪ ਹੀ ਪੈਦਾ ਕੀਤੇ ਤੇ ਆਪ ਹੀ ਉਹਨੇ ਝਗੜਾ ਪੈਦਾ ਕੀਤਾ। ਗੁਰਮੁਖ ਤੇ ਮਨਮੁਖ ਆਪ ਹੀ ਪੈਦਾ ਕੀਤੇ, ਫਿਰ ਨਹੀਂ ਮਿਲਦੀ ਹੈ ਵਿਚਾਰ ਤੇ ਫਿਰ ਝਗੜਾ ਹੁੰਦਾ ਹੈ। ਇਹ ਉਸੇ ਦੀਆਂ ਦੋਵੇਂ ਲਹਿਰਾਂ, ਹਨੇਰਾ ਚਾਨਣ ਉਸੇ ਨੇ ਪੈਦਾ ਕੀਤਾ, ਗਿਆਨੀ ਅਗਿਆਨੀ ਉਸੇ ਨੇ ਪੈਦਾ ਕੀਤੇ। ਇਹ ਉਹਦੀ ਕੁਦਰਤ ਹੈ। ਨੇਕੀਆਂ ਵੀ ਕੁਦਰਤ ਹੈ ਤੇ ਬਦੀਆਂ ਵੀ ਕੁਦਰਤ ਹੈ। ਆਸਾ ਕੀ ਵਾਰ 'ਚ ਮਹਾਰਾਜ ਕਹਿੰਦੇ ਨਾ, ਕੁਦਰਤ ਨੇਕੀਆਂ ਕੁਦਰਤ ਬਦੀਆਂ, ਕਿ ਨੇਕੀਆਂ ਚੰਗਿਆਈਆਂ ਵੀ ਉਹਦੀ ਰਚਨਾ ਹੈ ਤੇ ਬਦੀਆਂ ਵੀ ਇਹ ਉਹਦੀ ਰਚਨਾ ਹੈ। ਜਪਜੀ ਸਾਹਿਬ 'ਚ ਵੀ ਇਹਦਾ ਜ਼ਿਕਰ ਕੀਤਾ ਮਹਾਰਾਜ ਨੇ, ਦੋਨਾਂ ਲਹਿਰਾਂ ਦਾ। ਮਹਾਰਾਜ ਕਹਿੰਦੇ ਕਰਤਾਰ ਦੀ ਕੁਦਰਤ ਹੈ, ਬੜੀ ਵੱਡੀ ਹੈ, ਗਿਣੀ ਨਹੀਂ ਜਾ ਸਕਦੀ। ਨਾ ਤੇ ਇੱਥੇ ਚੰਗਿਆਂ ਦੀ ਗਿਣਤੀ ਹੈ ਤੇ ਨਾ ਇੱਥੇ ਮੰਦਿਆਂ ਦੀ ਗਿਣਤੀ ਹੈ। ਨਾ ਇੱਥੇ ਗਿਆਨੀਆਂ ਦੀ ਕੋਈ ਗਿਣਤੀ ਕਰ ਸਕਦਾ ਹੈ ਤੇ ਨਾ ਅਗਿਆਨੀਆਂ ਦੀ ਗਿਣਤੀ ਕਰ ਸਕਦਾ। ਇੱਥੇ ਚੜ੍ਹਦੀ ਤੋਂ ਚੜ੍ਹਦੀ ਕਲਾ ਵਾਲੇ ਵੀ ਅਣਗਿਣਤੀ ਆ ਉਹਦੀ ਰਚਨਾ ਵਿੱਚ, ਇੱਥੇ ਢਹਿੰਦੀ ਤੋਂ ਢਹਿੰਦੀ ਕਲਾ ਵਾਲੇ ਵੀ ਅਣਗਿਣਤੀ ਹੈ। ਅਸੰਖ ਜਪ ਅਸੰਖ ਭਾਉ, ਜੋ ਅਸੰਖ ਸ਼ਬਦ ਮਹਾਰਾਜ ਨੇ ਵਰਤਿਆ ਹੈ ਕਿ ਜਿਹਦੀ ਗਿਣਤੀ ਨਹੀਂ ਹੋ ਸਕਦੀ, ਜਿਹਦੀ ਸੰਖਿਆ ਹੀ ਨਹੀਂ ਹੋ ਸਕਦੀ। ਜਿੱਥੇ ਜਾ ਕੇ ਸੰਖਿਆ ਹੀ ਮੁੱਕ ਜਾਂਦੀ ਹੈ ਉੱਥੇ ਅਸੰਖ ਸ਼ਬਦ ਹੈ। ਅਣਗਿਣਤ ਦਾ ਵਾਚਕ ਹੈ ਇੱਥੇ ਅਸੰਖ, ਜੋ ਸ਼ਬਦ ਮਹਾਰਾਜ ਨੇ ਵਰਤਿਆ ਕਿ ਜਪ ਤਪ ਕਰਨ ਵਾਲੇ ਵੀ ਅਣਗਿਣਤੀ ਹੈ ਉਹਦੀ ਰਚਨਾ ਵਿੱਚ। ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪ ਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹਿ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰ ਮੋਹ ਭਖ ਸਾਰ ਅਸੰਖ ਮੋਨ ਲਿਵ ਲਾਏ ਤਾਰ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ। ਇਹਦੇ 'ਚ ਸਾਰੀ ਸ੍ਰੇਸ਼ਟਤਾਈ ਦਾ ਕਥਨ ਕੀਤਾ ਹੈ। ਜਪ ਕਰਨ ਵਾਲੇ, ਤਪ ਕਰਨ ਵਾਲੇ, ਗ੍ਰੰਥ ਪੜ੍ਹਨ ਵਾਲੇ, ਸੂਰਮੇ, ਦਾਨ ਪੁੰਨ ਕਰਨ ਵਾਲੇ, ਜਪੀਆਂ ਤਪੀਆਂ ਦਾ ਜ਼ਿਕਰ ਕੀਤਾ। ਉਹਦੀ ਰਚਨਾ 'ਚ ਅਣਗਿਣਤ ਵਾ।
अगली पौड़ी च हनेरा पक्ष विखाया कि जे जप तप करन वाले असंख वा ते महाराज कहते दूसरा पक्ष भी है, दूसरी लहर भी है। असंख मूर्ख अंध घोर, असंख चोर हराम खोर, असंख्य अमर कर जाहे जोर, असंख गल वड हत्या कमाहे, असंख पापी पाप कर जाहे, असंख कूड़ियार कूड़े फिराहे, असंख मलेश मल भख खाहे, असंख निंदक सिर करह भार, नानक नीच कह विचार, वारिया न जावा एक बार, जो तुध भावै साई भली कार, तू सदा सलामत निरंकार। ये जप करन वाले असंख है ते महाराज कहते मूर्ख भी असंख हैं सृष्टि दे विच, चोर भी हैं अणगिणती सृष्टि दे विच, हरामखोर भी हैं, मन मर्जी के हुक्म चलाउण वाले भी अणगिणत हैं, अपने जोर नाल अमर चलाउण वाले, असंख्य अमर कर जाहे जो, दूसरे का गला वड्ढण वाले भी सृष्टि विच अणसंख ही हैं। असंख गल वड्ढ हत्या कमाए, जिहड़े हत्या करते। जे पुन्नी अणगिणत वा ते महाराज कहते पापी भी अणगिणत वा सृष्टि विच, असंख पापी पाप कर जाए। जे सचियार अणगिणत वा, सच बोलण वाले, सच ते खलोण वाले, सच ते पहरा देण वाले, ते महाराज कहते झूठ बोलण वाले भी अणगिणती है। असंख कूड़ियार कूड़े फिराहे, जिन्हां दा जीवन झूठ ते खलोता होया है, वह भी अणगिणती है। असंख मलेश मल भख खाए, मलीन भी इच्छा वाले भी अणगिणत वा, जिहड़े मैल ही भखदे रहिंदे, निंदिया करन वाले भी अणगिणत हैं। तां ये दोवें लहरां महाराज कहंदे भी उहदी कुदरत है। अखीर ते आख्या कुदरत कवण कहा विचार, वारिया न जावा एक बार, जो तुध भावै साई भली कार, तू सदा सलामत निरंकार। जो तैनू भाउंदा वो भली कार। देवते भी उन्हें पैदा किए, दैंत भी उसने पैदा किए, ते दोनों दे विच बाद भी आप पैदा किया, झगड़ा भी आप पैदा किया। ऐसा वो परमेश्वर है। ते महाराज ने भी बाणी च आख्या बैठा वेखै वख अकेला, ते आप सारे तमाशे नूं वेख रहा है। जिथे रचना दे विच व्यापक है, उत्थे वख हो के बैठा भी वेख रहा है। सिरजे दानो देवते तिने अंदर बाद रचाया, देवते दैंत सिरज के इन्हां दे विच लड़ाई भी तू आप पैदा की। जाप साहिब च कलगीधर पातशाह कहंदे, हे अकाल पुरख वाहिगुरू तैनू नमस्कार करते हैं कि तू शांति पैदा करने वाला। ते महाराज कहंदे तैनू नमस्कार करते हैं तू लड़ाई पैदा करने वाला है। लड़ाई भी तू पैदा करता है ते शांति भी तू ही पैदा करता है। नमो कलह करता नमो शांत रूपे। ये लड़ाई नूं पैदा करने वाले तैनू नमस्कार है, ते हे शांति वरताउण वाले तैनू नमस्कार है। नमो कलह करता नमो शांत रूपे। सिरजे दानो देवते तिने अंदर बाद रचाया, तै ही दुर्गा साज के दैंतां दा नाश कराया। दुर्गा भी ओदी किरत है, वो दुर्गा दा भी करता है। ते गुरु ग्रंथ साहिब जी के अंदर तो यह भी बचन है कि कोट दुर्गा जाके मर्दन करे। करोड़ां दुर्गा देवियां परमेश्वर के चरणों की मालिश कर दियां, चरण झस दियां। कोई एडा वड्डा हे प्रभु दुर्गा देवी नूं भी तू ही साजिया है। पहला दैंत तू साजे आ, जो दैंतां नूं घार हो गया तो फिर एक माई नूं साज के उहदे तो दैंतां नूं खत्म करा दिता। तै ही दुर्गा साज कै दैंतां दा नाश कराया। तैथों ही बल राम लै नाल बाणा दह सिरकाया। श्री राम जी ने तेरे कोलों ही बल लै करके ते तीरां दे नाल दहसर नूं रावण नूं मारिया। तैथों ही बल कृष्ण लै कंस केसी पकड़ गिराया। ये अकाल पुरख प्रभु तेरे तो ही बल भगवान कृष्ण ने लै करके ते
ਕੰਸ ਨੂੰ ਤੇ ਕੇਸੀ ਦੈਤ ਨੂੰ ਦੋਨਾਂ ਨੂੰ ਮਾਰਿਆ, ਜਾਂ ਕੰਸ ਨੂੰ ਕੇਸਾਂ ਤੋਂ ਫੜ ਕੇ ਪਟਕਾ ਕੇ ਮਾਰਿਆ। ਵੱਡੇ ਵੱਡੇ ਮੁਨ ਦੇਵਤੇ ਕਈ ਯੁੱਗ ਤਿਨੀ ਤਨ ਤਾਇਆ। ਕਲਗੀਧਰ ਪਿਤਾ ਕਹਿੰਦੇ ਵੱਡੇ ਵੱਡੇ ਮੁਨੀਆਂ ਨੇ, ਵੱਡੇ ਵੱਡੇ ਦੇਵੀ ਦੇਵਤਿਆਂ ਨੇ ਕਈ ਯੁੱਗਾਂ ਤੱਕ ਆਪਣੇ ਸਰੀਰ ਨੂੰ ਤਾਇਆ, ਤਪੱਸਿਆ ਕੀਤੀ। ਵੱਡੇ ਵੱਡੇ ਮੁਨ ਦੇਵਤੇ ਕਈ ਯੁੱਗ ਤਿਨੀ ਤਨ ਤਾਇਆ, ਕਿਨੀ ਤੇਰਾ ਅੰਤ ਨਾ ਪਾਇਆ। ਮਾਰੇ ਕਹਿੰਦੇ ਅੰਤ ਨਹੀਂ ਆਉਂਦਾ ਪਰਮੇਸ਼ਰ ਦਾ, ਕਿਸੇ ਨੇ ਅੰਤ ਨਹੀਂ ਪਾਇਆ। ਬਾਕੀ ਸਾਰੀ ਤੇਰੀ ਕਿਰਤ ਹੈ ਤੇ ਹੈ ਕਰਤਾ ਪੁਰਖ, ਤੇਰੀ ਪੈਦਾ ਕੀਤੀ ਹੋਈ ਸ੍ਰਿਸ਼ਟੀ ਤੇਰਾ ਅੰਤ ਨਹੀਂ ਪਾ ਸਕਦੀ। ਜਿੰਨੇ ਧਰਮ ਗ੍ਰੰਥ ਉਹ ਸਾਰੇ ਕਰਤਾਰ ਨੂੰ ਬੇਅੰਤ ਬੇਅੰਤੀ ਕਹਿੰਦੇ, ਵੱਡਾ ਕਹਿੰਦੇ, ਬੇਅੰਤ ਕਹਿੰਦੇ। ਬੇਅੰਤਾ ਬੇਅੰਤ ਗੁਣ ਤੇਰੇ, ਕੇਤਕ ਗਾਵਾ ਰਾਮ। ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅੰਮ੍ਰਿਤ ਬਾਣੀ ਦੇ ਹਰੇਕ ਅੰਗ ਤੇ ਪਰਮਾਤਮਾ ਨੂੰ ਬੇਅੰਤੀ ਆਖਿਆ। ਜਪਜੀ ਸਾਹਿਬ ਜੀ ਆਪਾਂ ਪੜ੍ਹਦੇ ਹਾਂ, ਅੰਤ ਨਾ ਸਿਫਤੀ ਕਹਿਣ ਨਾ ਅੰਤ, ਬੇਅੰਤੀ ਹੈ। ਅੰਤ ਨਾ ਕਰਨਾ ਦੇਣ ਨਾ ਅੰਤ, ਅੰਤ ਨਾ ਵੇਖਣ ਸੁਣਨ ਨਾ ਅੰਤ, ਅੰਤ ਨਾ ਜਾਪੈ ਕਿਆ ਮਨ ਮੰਤ, ਅੰਤ ਨਾ ਜਾਪੈ ਕੀਤਾ ਆਕਾਰ, ਅੰਤ ਨਾ ਜਾਪੈ ਪਾਰਾਵਾਰ, ਅੰਤ ਕਾਰਨ ਕੇਤੇ ਬਿਲ ਲਾਹੇ, ਤਾਕੇ ਅੰਤ ਨਾ ਪਾਏ ਜਾਹੇ। ਇਹੋ ਅੰਤ ਨਾ ਜਾਣੈ ਕੋਏ, ਬਹੁਤਾ ਕਹੀਐ ਬਹੁਤਾ ਹੋਏ। ਵੱਡਾ ਸਾਹਿਬ ਉੱਚਾ ਥਾਓ, ਉੱਚੇ ਉੱਪਰ ਉੱਚਾ ਨਾਓ। ਏ ਵੱਡੀ ਉੱਚਾ ਹੋਵੇ ਕੋਏ, ਤੇ ਸੂਚੇ ਕਉ ਜਾਣੈ ਸੋਏ। ਜੇ ਵੱਡੇ ਆਪ ਜਾਣੈ ਆਪ ਆਪ, ਨਾਨਕ ਨਦਰੀ ਕਰਮੀ ਦਾਤ। ਮਹਾਰਾਜ ਨੇ ਆਖਿਆ, ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਨੇ, ਜੇ ਵੱਡੇ ਆਪ ਜਾਣੈ ਆਪ ਆਪ। ਜਿੱਡਾ ਵੱਡਾ ਆਪ ਹੈ ਨਾ ਕਰਤਾਰ, ਆਪਣੇ ਆਪੇ ਨੂੰ ਆਪ ਹੀ ਜਾਣਦਾ ਹੈ, ਦੂਜਾ ਨਹੀਂ ਕੋਈ ਜਾਣਦਾ। ਦੂਸਰਾ ਉਹ ਜਾਣੇਗਾ ਜਿਹਨੂੰ ਆਪ ਜਣਾਵੇਗਾ, ਜਿਸ ਨੂੰ ਆਪਣੇ ਬਾਰੇ ਦੱਸ ਦੇਵੇਗਾ ਉਹ ਜਾਣ ਸਕਦਾ ਹੈ, ਨਹੀਂ ਤੇ ਆਪਣੇ ਆਪ ਨਹੀਂ ਕੋਈ ਜਾਣ ਸਕਦਾ। ਜਿੱਥੇ ਉਹ ਆਪ ਵੱਡਾ ਹੈ ਉੱਥੇ ਉਹਦਾ ਦਰਬਾਰ ਵੀ ਵੱਡਾ ਹੈ। ਤਾਂ ਪੰਜਵੇਂ ਪਾਤਸ਼ਾਹ ਕਹਿੰਦੇ ਆ, ਸਭ ਤੇ ਊਚ ਜਾ ਕਾ ਦਰਬਾਰ। ਇਹ ਭਾਈ ਉਹ ਵੱਡੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਸਭ ਤੋਂ ਉੱਚਾ ਹੈ ਜਿਸ ਦਾ ਦਰਬਾਰ। ਆ ਸਤ ਸੰਗਤ ਉਸ ਦਾ ਦਰਬਾਰ ਹੈ, ਇਹ ਵਾਹਿਗੁਰੂ ਦਾ ਦਰਬਾਰ ਹੈ। ਸਤ ਸੰਗਤ ਪਰਮੇਸ਼ਰ ਦਾ ਦਰਬਾਰ ਹੈ, ਇਹ ਸਭ ਤੋਂ ਉੱਚਾ ਦਰਬਾਰ ਹੈ ਸਾਧ ਸੰਗਤ। ਇਹਦੇ 4 ਦਰਵਾਜ਼ੇ ਆ। ਕੋਈ ਆਵੇ ਕਿਸੇ ਜਾਤ ਦਾ, ਕਿਸੇ ਬਰਾਦਰੀ ਦਾ, ਕਿਸੇ ਧਰਮ ਨਾਲ ਸੰਬੰਧ ਰੱਖਦਾ, ਕਿਸੇ ਭਾਸ਼ਾ ਨੂੰ ਬੋਲਣ ਵਾਲਾ ਇਸ ਦਰਬਾਰ ਵਿੱਚ ਆ ਕੇ ਸ਼ਰਧਾ ਨਾਲ, ਭਾਵਨਾ ਨਾਲ, ਨਿਮਰਤਾ ਨਾਲ ਆਵੇ ਤੇ ਆ ਕੇ ਨਮਸਕਾਰ ਕਰਕੇ ਬੈਠ ਸਕਦਾ। ਇਹ ਪਰਮੇਸ਼ਰ ਦਾ ਦਰਬਾਰ ਹੈ ਸਤ ਸੰਗਤ, ਜਿੱਥੇ ਕੋਈ ਵੰਡ ਨਹੀਂ, ਵਿਤਕਰਾ ਨਹੀਂ, ਪਰ ਸ਼ਰਧਾ ਨਾਲ ਆਉਣਾ ਪਵੇਗਾ, ਨੀਵੇਂ ਹੋ ਕੇ ਆਉਣਾ ਪਵੇਗਾ, ਨਿਮਰਤਾ ਨਾਲ ਆਉਣਾ ਪਵੇਗਾ, ਭਾਵਨਾ ਨਾਲ ਆ ਕੇ ਕੋਈ ਵੀ ਆ ਕੇ ਗੁਰੂ ਕੇ ਦਰਬਾਰ 'ਚ ਨਮਸਕਾਰ ਕਰ ਸਕਦਾ ਹੈ। ਕਿਸੇ ਇਲਾਕੇ ਦਾ ਹੋਵੇ, ਕਿਸੇ ਥਾਂ ਦਾ, ਕਿਸੇ ਭਾਸ਼ਾ ਨੂੰ ਬੋਲਣ ਵਾਲਾ ਹੋਵੇ, ਆ ਕੇ ਨਮਸਕਾਰ ਕਰ ਸਕਦਾ, ਆ ਕੇ ਭਾਵਨਾ ਨਾਲ ਨਮਸਕਾਰ ਕੇ ਸ਼ਰਧਾ ਨਾਲ ਬੈਠ ਸਕਦਾ ਹੈ। ਗੁਰੂ ਜੀ ਦੀ ਬਾਣੀ ਸੁਣ ਸਕਦਾ ਹੈ, ਕੀਰਤਨ ਸੁਣ ਸਕਦਾ ਹੈ, ਕਥਾ ਸੁਣ ਕੇ ਗੁਰੂ ਦਾ ਉਪਦੇਸ਼ ਗ੍ਰਹਿਣ ਕਰ ਸਕਦਾ। ਕਿਉਂਕਿ ਮਹਾਰਾਜ ਸਾਹਿਬ ਜੀ ਦੇ ਘਰੋਂ ਇਹ ਆਵਾਜ਼ ਆਉਂਦੀ ਹੈ, ਖੱਤਰੀ ਬ੍ਰਾਹਮਣ ਸੂਦ ਵੈਸ, ਉਪਦੇਸ਼ ਚਹੁ ਵਰਨਾ ਕੋ ਸਾਂਝਾ। ਗੁਰਮੁਖ ਨਾਮ ਜਪੈ ਉਧਰੈ ਸੋ ਕਲ ਮਹਿ, ਘਾਟ ਘਾਟ ਨਾਨਕ ਮਾਝਾ। ਇੱਥੇ ਮਾਈ ਆਵੇ, ਭਾਈ ਆਵੇ, ਨਮਸਕਾਰ ਕਰਕੇ ਬਹਿ ਸਕਦੇ ਆ ਸੰਗਤ ਵਿੱਚ। ਸਾਰੀਆਂ ਥਾਵਾਂ ਤੇ ਅਧਿਕਾਰ ਨਹੀਂ ਹੈ ਸਾਧ ਸੰਗਤ ਜੀ, ਇਹ ਪਰਮੇਸ਼ਰ ਦੇ ਦਰਬਾਰ ਵਿੱਚ ਹੀ ਅਧਿਕਾਰ ਹੈ, ਇੱਥੋਂ ਹੀ ਇਹ ਬਖਸ਼ਿਸ਼ ਮਿਲਦੀ ਹੈ। ਸਾਰੇ ਧਰਮ ਆਪੋ ਆਪਣੇ ਥਾਂ ਤੇ ਸਤਿਕਾਰਯੋਗ ਆ, ਪਰ ਆਪਣੇ ਆਪ ਵਿਚਾਰ ਕਰਕੇ ਵੇਖ ਲੈਣੀ ਚਾਹੀਦੀ ਹੈ, ਸਾਰੇ ਥਾਵਾਂ ਤੇ ਬਰਾਬਰਤਾ ਨਹੀਂ ਦਿੱਤੀ ਹੈ। ਸਾਰੇ ਥਾਵਾਂ ਤੇ ਧਾਰਮਿਕ ਸਥਾਨ ਤੇ ਨਮਸਕਾਰ ਕਰਨ ਦਾ ਹੱਕ ਹੀ ਨਹੀਂ ਦਿੱਤਾ ਹੈ।
ਜੇ ਮੱਕੇ ਦਾ ਹੱਜ ਕਰਨ ਵਾਸਤੇ ਹਾਜੀ ਲੋਕ ਜਾਂਦੇ ਆ ਤੇ ਮਾਈਆਂ ਨਹੀਂ ਕਰ ਸਕਦੀਆਂ ਹੱਜ ਉੱਥੇ ਜਾ ਕੇ, ਕਿਸੇ ਨੂੰ ਨਹੀਂ ਕਾਬੇ ਜਾਣ ਦਿੱਤਾ ਜਾਂਦਾ, ਮਸੀਤੇ ਨਹੀਂ ਜਾ ਸਕਦੀ ਹੈ ਇਸਤਰੀ। ਇਹ ਤਾਂ ਬਾਬਾ ਜੀ ਦੇ ਘਰ ਵਿੱਚੋਂ ਆਵਾਜ਼ ਆਉਂਦੀ ਹੈ, ਪਰਮੇਸ਼ਰ ਦੇ ਘਰ ਵਿੱਚੋਂ। ਸਭ ਤੇ ਉੱਚ ਜਾ ਕਾ ਦਰਬਾਰ, ਜੀ ਦਾ ਦਰਬਾਰ ਸਭ ਤੋਂ ਉੱਚਾ ਹੈ, ਉੱਥੋਂ ਆਵਾਜ਼ ਆਉਂਦੀ ਹੈ, ਭੰਡ ਜੰਮੀਏ ਭੰਡ ਨਿੰਮੀਏ ਭੰਡ ਮੰਗਣ ਵੀ ਆਹੋ, ਭੰਡੋ ਹੋਵੇ ਦੋਸਤੀ, ਭੰਡ ਨਾਮ ਇਸਤਰੀ ਦਾ ਹੈ। ਭੰਡੋ ਹੋਵੇ ਦੋਸਤੀ ਭੰਡੋ ਚੱਲੇ ਰਾਹੋ, ਭੰਡ ਹੋਆ ਭੰਡ ਭਾਲੀਏ ਭੰਡ ਹੋਵੇ ਬੰਧਾਨ, ਸੋ ਕਿਉਂ ਮੰਦਾ ਆਖੀਐ ਜਿਤ ਜੰਮਹਿ ਰਾਜਾਨ। ਇਹ ਤਾਂ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਰਸਨਾ ਦੀ ਆਵਾਜ਼ ਆਉਂਦੀ ਹੈ। ਇਸ ਘਰ ਦੇ ਵਿੱਚੋਂ ਆਵਾਜ਼ ਆਉਂਦੀ ਹੈ, ਅਵਲ ਅੱਲਹ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ। ਲੋਗਾ ਭਰਮਣਾ ਭੂਲਹੁ ਭਾਈ, ਖਾਲਿਕ ਖਲਕ ਖਲਕ ਮਹਿ ਖਾਲਿਕ, ਪੂਰ ਰਹਿਓ ਸਭ ਠਾਈ ਰਹਾਓ। ਮਾਟੀ ਏਕ ਅਨੇਕ ਭਾਂਤ ਕਰ ਸਾਜੀ ਸਾਜਣ ਹਾਰੈ, ਨਾ ਕਛ ਪੋਚ ਮਾਟੀ ਕੇ ਭਾਂਡੇ ਨਾ ਕਛ ਪੋਚ ਕੁੰਭਾਰੈ। ਇੱਥੋਂ ਆਵਾਜ਼ ਆਉਂਦੀ ਹੈ ਕਿ ਵੰਡ ਵਿਤਕਰੇ ਤਾਂ ਦੁਨੀਆ ਨੇ ਪਾਏ ਹੋਏ ਆ, ਪਰਮੇਸ਼ਰ ਨੇ ਤਾਂ ਇੱਕੋ ਮਿੱਟੀ ਲਾਈ ਹੈ ਸਾਰਿਆਂ ਨੂੰ, ਇੱਕੇ ਮਿੱਟੀ ਦੇ ਸਾਰੇ ਭਾਂਡੇ ਬਣਾਏ ਆ, ਇੱਕੋ ਹੀ ਘੜਨ ਵਾਲਾ ਹੈ। ਇਹ ਵੱਖਰੇ ਵੱਖਰੇ ਨਾਂ ਦੁਨੀਆ ਨੇ ਰੱਖ ਲਏ। ਮਾਟੀ ਏਕ ਅਨੇਕ ਭਾਂਤ ਕਰ ਸਾਜੀ ਸਾਜਣ ਹਾਰੈ, ਨਾ ਕਛ ਪੋਚ ਮਾਟੀ ਕੇ ਭਾਂਡੇ ਨਾ ਕਛ ਪੋਚ ਕੁੰਭਾਰੈ। ਸਭ ਮਹਿ ਸੱਚਾ ਏਕੋ ਸੋਈ, ਤਿਸ ਕਾ ਕੀਆ ਸਭ ਕਛ ਹੋਈ। ਹੁਕਮ ਪਛਾਨੈ ਸੋ ਏਕੋ ਜਾਣੈ, ਬੰਦਾ ਕਹੀਐ ਸੋਈ। ਅੱਲਹੁ ਅਲਾਖਣਾ ਜਾਈ ਲਖਿਆ, ਗੁਰ ਗੁੜ ਦੀਨਾ ਮੀਠਾ। ਕਹਿ ਕਬੀਰ ਮੇਰੀ ਸੰਕਾ ਨਾਸੀ, ਸਰਬ ਨਿਰੰਜਨ ਡੀਠਾ। ਤੂੰ ਸਾਂਝਾ ਸਾਹਿਬ ਬਾਪ ਹਮਾਰਾ, ਨੌਨਿਤ ਤੇਰੇ ਅਖੁੱਟ ਭੰਡਾਰਾ। ਕੋਈ ਭਾਵਨਾ ਨਾਲ ਆ ਕੇ ਨਮਸਕਾਰ ਕਰਕੇ ਗੁਰੂ ਘਰੋਂ ਉਪਦੇਸ਼ ਲੈ ਸਕਦਾ ਹੈ, ਕੋਈ ਭਾਵਨਾ ਨਾਲ ਆ ਕਰਕੇ ਸ਼ਰਧਾ ਨਾਲ ਆ ਕੇ ਗੁਰੂ ਕੇ ਲੰਗਰ ਵਿੱਚ ਪੰਗਤ ਵਿੱਚ ਬੈਠ ਕੇ ਪ੍ਰਸ਼ਾਦਾ ਛਕ ਸਕਦਾ, ਕੋਈ ਹੋਵੇ, ਕਿਸੇ ਨੂੰ ਪੁੱਛਿਆ ਨਹੀਂ ਜਾਂਦਾ ਆਉਣ ਵਾਲੇ ਨੂੰ। ਇਸ ਕਰਕੇ ਮਹਾਰਾਜ ਸਾਹਿਬ ਜੀ ਕਹਿੰਦੇ, ਭਾਈ ਜੋ ਪਰਮੇਸ਼ਰ ਦਾ ਸਤ ਸੰਗਤ ਰੂਪੀ ਦਰਬਾਰ ਹੈ ਸਭ ਤੋਂ ਉੱਚਾ ਹੈ। ਇੱਥੇ ਆਉਂਦਿਆਂ ਕਿਸੇ ਨੂੰ ਰੋਕਿਆ ਨਹੀਂ ਜਾਂਦਾ, ਟੋਕਿਆ ਨਹੀਂ ਜਾਂਦਾ। ਹਾਂ, ਮਰਿਆਦਾ ਜ਼ਰੂਰ ਦੱਸੀ ਜਾਂਦੀ ਹੈ ਕਿ ਭਾਈ ਇਸ ਦਰਬਾਰ ਦੇ ਵਿੱਚ ਆਉਣ ਦੀ ਆਹ ਮਰਿਆਦਾ ਹੈ। ਜੋੜਾ ਲਾ ਕੇ ਆਓ, ਜਰਾਬਾਂ ਲਾ ਕੇ ਆਓ, ਚਰਨ ਗੰਗਾ ਤੇ ਪੈਰ ਧੋ ਕੇ ਆਓ, ਸਿਰ ਢੱਕ ਕੇ ਆਓ, ਸ਼ਰਧਾ ਨਾਲ ਆਓ, ਭਾਵਨਾ ਨਾਲ ਆਓ। ਪਰਮੇਸ਼ਰ ਦਾ ਦਰਬਾਰ ਹੈ, ਉਹ ਤਾਂ ਦੱਸਿਆ ਜਾਂਦਾ ਹੈ ਪਰ ਰੋਕਿਆ ਟੋਕਿਆ ਨਹੀਂ ਜਾਂਦਾ ਹੈ ਕਿਸੇ ਨੂੰ। ਕਬੀਰ ਜਿਹੇ ਦਰ ਆਵਤ ਜਾਤਿਆ ਹੋ, ਹਟਕੈ ਨਾਹੀ ਕੋਏ। ਸੋ ਦਰ ਕੈਸੇ ਛੋਟੀਏ, ਜੋ ਦਰ ਐਸਾ ਹੋਏ। ਭਗਤ ਜੀ ਕਹਿੰਦੇ, ਜਿੱਥੇ ਆਉਂਦਿਆਂ ਕਿਸੇ ਨੂੰ ਰੋਕਿਆ ਨਹੀਂ ਜਾਂਦਾ, ਉਸ ਦਰ ਨੂੰ ਫਿਰ ਛੱਡਣਾ ਕਿਉਂ ਹੈ ਜਿਹੜਾ ਇਹੋ ਜਿਹਾ ਦਰ ਹੈ। ਸਭ ਤੇ ਊਚ ਜਾ ਕਾ ਦਰਬਾਰ, ਜਿੱਥੇ ਪਰਮੇਸ਼ਰ ਆਪ ਸਭ ਤੋਂ ਉੱਚਾ ਹੈ, ਉੱਥੇ ਉਹਦਾ ਦਰਬਾਰ ਵੀ ਸਭ ਤੋਂ ਉੱਚਾ ਹੈ। ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਜਿੱਥੇ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਆਪ ਸਭ ਤੋਂ ਵੱਡੇ ਹਨ, ਉੱਥੇ ਸਤਿਗੁਰਾਂ ਦਾ, ਪ੍ਰਭੂ ਜੀ ਦਾ ਦਰਬਾਰ ਵੀ ਸਭ ਤੋਂ ਵੱਡਾ। ਸਤ ਸੰਗਤ ਰੂਪੀ ਦਰਬਾਰ, ਸੱਚਖੰਡ ਰੂਪੀ ਦਰਬਾਰ, ਉਹ ਸਾਰੀਆਂ ਪੁਰੀਆਂ ਨਾਲੋਂ, ਬ੍ਰਹਮਪੁਰੀ, ਵਿਸ਼ਨਪੁਰੀ, ਇੰਦਰਪੁਰੀ, ਸਭ ਪੁਰੀਆਂ ਦੇ ਨਾਲੋਂ ਉੱਚਾ ਦਰਬਾਰ ਹੈ। ਸਦਾ ਸਦਾ ਤਾਕੋ ਜੋਹਾਰ। ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਹਿੰਦੇ, ਜਿਸ ਪਰਮੇਸ਼ਰ ਦਾ ਦਰਬਾਰ ਸਭ ਤੋਂ ਉੱਚਾ ਹੈ ਨਾ, ਸਦਾ ਸਦਾ ਵਾਸਤੇ ਅਸੀਂ ਉਸ ਦੇ ਅੱਗੇ ਨਮਸਕਾਰ ਕਰਦੇ ਹਾਂ। ਜੋਹਾਰ ਨਾਮ ਹੈ ਨਮਸਕਾਰ ਦਾ। ਸਦਾ ਸਦਾ ਸਾਡੀ ਉਸ ਪ੍ਰਭੂ ਨੂੰ ਨਮਸਕਾਰ ਹੈ। ਉੱਚੇ ਤੇ ਉੱਚਾ ਜਾ ਕਾ ਥਾਨ, ਉੱਚਿਆਂ ਤੋਂ ਉੱਚਾ ਜਿਸ ਦਾ ਸਥਾਨ ਹੈ। ਸਤ ਸੰਗਤ ਰੂਪੀ, ਸੱਚਖੰਡ ਰੂਪੀ, ਤੁਰਿਆ ਪਦ ਰੂਪੀ, ਦਸਮ ਦੁਆਰ ਰੂਪੀ, ਉੱਚਿਆਂ ਤੋਂ ਉੱਚਾ ਜਿਸ ਪਰਮੇਸ਼ਰ ਦਾ ਥਾਂ ਹੈ, ਉਸ ਨੂੰ ਸਾਡੀ ਨਮਸਕਾਰ ਹੈ। ਕੋਟ ਅਗਾ ਮਿਟੈ ਹਰ ਨਾਮ, ਜਿਸ ਪਰਮੇਸ਼ਰ ਹਰੀ ਦੇ ਨਾਮ ਦਾ ਉਚਾਰਨ ਕਰਨ ਦੇ ਨਾਲ ਕਰੋੜਾਂ ਪਾਪ ਮਿਟ ਜਾਂਦੇ।
ਜਿੱਥੇ ਉਹ ਆਪ ਉੱਚਾ ਹੈ, ਜਿੱਥੇ ਉਹਦਾ ਸਥਾਨ ਉੱਚਾ ਹੈ ਸਤ ਸੰਗਤ, ਉੱਥੇ ਉਹਦਾ ਨਾਮ ਵੀ ਬੜਾ ਮਹਾਨ ਹੈ, ਜਿਸ ਨਾਮ ਦਾ ਉਚਾਰਨ ਕਰਨ ਦੇ ਨਾਲ ਕਰੋੜਾਂ ਪਾਪ ਨਾਸ ਹੋ ਜਾਂਦੇ। ਪਾਪਾਂ ਨੂੰ ਤੋੜ ਦਿੰਦਾ ਹੈ, ਭੰਨ ਦਿੰਦਾ ਹੈ, ਦੁੱਖਾਂ ਨੂੰ ਭੰਨ ਦਿੰਦਾ ਹੈ ਪ੍ਰਭੂ ਜੀ ਦਾ ਨਾਮ। ਦੁੱਖ ਭੰਜਨ ਤੇਰਾ ਨਾਮ ਜੀ, ਦੁੱਖ ਭੰਜਨ ਤੇਰਾ ਨਾਮ, ਆਠ ਪਹਿਰਿਆ ਰਾਧੀਐ ਪੂਰਨ ਸਤਿਗੁਰ ਗਿਆਨ। ਘੋਰ ਦੁਖਿਅੰ ਅਨਕ ਹਤਿਅੰ ਜਨਮ ਦਾਰਿਦਰੰ ਮਹਾ ਵਿਖਿਆਦੰ ਮਿਟੰਤ ਸਗਲ ਸਿਮਰੰਤ ਹਰ ਨਾਮ ਨਾਨਕ, ਜੈਸੇ ਪਾਵਕ ਕਾਸ਼ਟ ਭਸਮੰ ਕ੍ਰੋਧ। ਕੋਟ ਅਘਾ ਮਿਟਹਿ ਹਰ ਨਾਮ, ਕਰੋੜਾਂ ਪਾਪ ਮਿਟ ਜਾਂਦੇ ਪਰਮੇਸ਼ਰ ਦੇ ਨਾਮ ਨੂੰ ਉਚਾਰਨ ਕੀਤਿਆਂ। ਤਿਸ ਸਰਨਾਈ ਸਦਾ ਸੁਖ ਹੋਏ। ਇਸ ਵਾਹਿਗੁਰੂ ਪਰਮੇਸ਼ਰ ਦੀ ਸ਼ਰਨ ਵਿੱਚ ਪੈਣ ਦੇ ਨਾਲ ਸਦਾ ਵਾਸਤੇ ਸੁਖ ਪ੍ਰਾਪਤ ਹੁੰਦਾ ਹੈ। ਕਰ ਕਿਰਪਾ ਜਾ ਕੋ ਮਿਲੈ ਸੋਏ। ਪਰ ਜਿਸ ਪਰਮੇਸ਼ਰ ਦੀ ਸ਼ਰਨ ਵਿੱਚ ਉਹ ਪੈਂਦਾ ਹੈ, ਪ੍ਰਭੂ ਜੀ ਨੂੰ ਉਹ ਮਿਲਦਾ ਹੈ। ਮਹਾਰਾਜ ਕਹਿੰਦੇ ਕਰ ਕਿਰਪਾ ਜਾ ਕੋ ਮਿਲੈ ਸੋਏ। ਸੋਏ ਆਪ ਪਰਮੇਸ਼ਰ, ਜਿਸ ਉੱਤੇ ਕਿਰਪਾ ਕਰਕੇ ਜਿਸ ਨੂੰ ਆਪਣੇ ਨਾਲ ਮੇਲ ਲੈਂਦੇ ਆ ਨਾ, ਉਹੀ ਮਿਲਦਾ ਭਾਈ। ਜਿਸ ਨੂੰ ਆਪਣੀ ਸ਼ਰਨ ਵਿੱਚ ਲੈ ਆਉਂਦੇ, ਉਹੀ ਵਾਹਿਗੁਰੂ ਦੀ ਸ਼ਰਨ ਵਿੱਚ ਆਉਂਦਾ, ਜਿਹੜੀ ਸ਼ਰਨ ਸਾਰਿਆਂ ਨਾਲੋਂ ਵੱਡੀ ਹੈ, ਸਭ ਨਾਲੋਂ ਵੱਡੀ। ਇਸ ਕਰਕੇ ਮਹਾਰਾਜ ਸਾਹਿਬ ਜੀ ਨੇ ਆਖਿਆ, ਜਿਹੜਾ ਵੀ ਪਰਮੇਸ਼ਰ ਦੀ ਸ਼ਰਨ ਵਿੱਚ ਆਉਂਦਾ ਹੈ, ਪ੍ਰਭੂ ਉਸ ਨੂੰ ਆਪਣੇ ਗਲੇ ਨਾਲ ਲਾ ਲੈਂਦੇ, ਕੰਠ ਨਾਲ ਲਾ ਲੈਂਦੇ। ਜੋ ਸ਼ਰਨ ਆਵੇ ਤਿਸ ਕੰਠ ਲਾਵੇ, ਉਹ ਬਿਰਦ ਸੁਆਮੀ ਸੰਦਾ। ਕੋਈ ਵੀ ਆ ਕੇ ਬੇਨਤੀ ਕਰੇ, ਤਰਲਾ ਪਾਵੇ, ਪਿਛਲੇ ਔਗਣ ਬਖਸ਼ ਲਏ ਪ੍ਰਭ, ਆਗੇ ਮਾਰਗ ਪਾਵੇ। ਤੇ ਮਹਾਰਾਜ ਪਿਛਲੇ ਗੁਨਾਹ ਬਖਸ਼ ਦਿੰਦੇ ਆ, ਦੇਰੀ ਨਹੀਂ ਲਾਉਂਦੇ ਬਖਸ਼ਣ ਲੱਗਿਆ। ਜਿਹੜਾ ਆ ਕੇ ਤਰਲਾ ਪਾਉਂਦਾ ਹੈ, ਮਹਾਰਾਜ ਪਿਛਲੇ ਗੁਨਾਹ ਬਖਸ਼ ਲਓ ਤੇ ਅੱਗੇ ਵਾਸਤੇ ਸਮੱਤ ਬਖਸ਼ੋ, ਮਾਰਗ ਤੇ ਪਾਓ ਜੀ। ਤੇ ਮਹਾਰਾਜ ਸਾਹਿਬ ਜੀ ਫਿਰ ਕਿਰਪਾ ਕਰਦੇ। ਕਿੱਡੇ ਕਿੱਡੇ ਵੱਡੇ ਸਾਧ ਸੰਗਤ ਜੀ ਪਾਪੀ ਮਹਾਰਾਜ ਸਾਹਿਬ ਜੀ ਨੇ ਤਾਰ ਦਿੱਤੇ। ਅਜਾਮਲ ਪਾਪੀ ਜਗ ਜਾਣੇ ਨਿਮਖ ਮਾਹੇ ਨਿਸਤਾਰਾ, ਨਾਨਕ ਕਹਿਤ ਚੇਤ ਚਿੰਤਾ ਮਨ ਤੈ ਵੀ ਉਤਰਹਿ ਪਾਰ। ਪਰ ਜਿਨ੍ਹਾਂ ਨੇ ਸ਼ਰਨ ਲਈ ਉਹਨਾਂ ਨੂੰ ਤਾਰਿਆ ਸਾਧ ਸੰਗਤ। ਜਿਨ੍ਹਾਂ ਨੇ ਗੁਨਾਹਾਂ ਤੋਂ ਕੰਨ ਫੜੇ, ਕਿ ਮਾਰੇ ਹੁਣ ਅੱਗੇ ਵਾਸਤੇ ਕਿਰਪਾ ਕਰਕੇ ਬਖਸ਼ ਲਓ ਤੇ ਅੱਗੇ ਵਾਸਤੇ ਮਾਰੇ ਆਪਣੇ ਮਾਰਗ ਤੇ ਪਾਓ। ਗਰੀਬ ਨਵਾਜ ਰਹਿਮਤ ਕਰੋ। ਕੌਡੇ ਵਰਗੇ ਰਾਖਸ਼ ਤਾਰ ਦਿੱਤੇ, ਸੱਜਣ ਠੱਗ ਵਰਗਿਆਂ ਨੂੰ ਸੱਜਣ ਸੰਤ ਬਣਾ ਦਿੱਤਾ ਮਹਾਰਾਜ ਸਾਹਿਬ ਜੀ। ਚੋਰਾਂ ਨੂੰ ਸਾਧ ਬਣਾ ਦਿੱਤਾ, ਦੇਵਤੇ ਬਣਾ ਦਿੱਤਾ। ਬਲਿਹਾਰੀ ਗੁਰ ਆਪਣੇ ਦਿਓ ਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ। ਇਸ ਸਰਨਾਈ ਸਦਾ ਸੁਖ ਹੋਏ। ਇਸ ਪਰਮੇਸ਼ਰ ਦੀ ਸ਼ਰਨ ਵਿੱਚ ਪੈਣ ਦੇ ਨਾਲ ਸਦਾ ਹੀ ਸੁਖ ਹੁੰਦਾ, ਕਿਉਂਕਿ ਉਹਦੀ ਸ਼ਰਨ ਸਭ ਤੋਂ ਵੱਡੀ ਹੈ। ਕਰ ਕਿਰਪਾ ਜਾ ਕੋ ਮੇਲੈ ਸੋਏ। ਜਿਹਦੇ ਉੱਤੇ ਕਿਰਪਾ ਕਰਦੇ ਹਨ, ਜਿਸ ਨੂੰ ਆਪਣੇ ਨਾਲ ਮੇਲਦੇ ਆ, ਉਹੀ ਪਰਮੇਸ਼ਰ ਦੀ ਸ਼ਰਨ ਵਿੱਚ ਪੈਂਦਾ, ਪ੍ਰਭੂ ਨਾਲ ਮਿਲਦਾ ਹੈ। ਵਿਸਰਾਮ ਦੇ ਕੇ ਕਿਰਪਾ ਕਰਦੇ ਹਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਜਾ ਕੇ ਕਰਤਬ ਲਖੇ ਨਾ ਜਾਹੇ। ਮਹਾਰਾਜ ਕਹਿੰਦੇ ਉਹ ਪਰਮੇਸ਼ਰ ਜਿੱਥੇ ਆਪ ਵੱਡਾ ਹੈ, ਜਿੱਥੇ ਉਹਦਾ ਦਰਬਾਰ ਵੱਡਾ ਹੈ, ਜਿੱਥੇ ਉਹਦੇ ਨਾਮ ਦੀ ਏਡੀ ਵੱਡੀ ਬਰਕਤ ਹੈ, ਉੱਥੇ ਉਹਦੇ ਕਰਤੱਵ ਵੀ ਜਾਣੇ ਨਹੀਂ ਜਾਂਦੇ। ਜੋ ਉਹਦੇ ਕੰਮ ਵਾ ਨਾ, ਕਰਤੱਵ ਵਾ, ਜੋ ਕੁਝ ਉਹ ਕਰਨ ਦੀ ਸਮਰੱਥਾ ਰੱਖਦਾ ਹੈ, ਉਹ ਵੀ ਜਾਣੇ ਨਹੀਂ ਜਾਂਦੇ, ਸਮਝੇ ਨਹੀਂ ਜਾਂਦੇ। ਜਾ ਕੇ ਕਰਤੱਵ ਲਖੇ ਨਾ ਜਾਹੇ। ਪਤਾ ਨਹੀਂ ਉਸਨੇ ਇੱਕ ਛਿਣ ਵਿੱਚ ਕੀ ਤੋਂ ਕੀ ਕਰ ਦੇਣਾ। ਮਨੁੱਖ ਕੁਝ ਹੋਰ ਸੋਚਦਾ ਹੈ, ਉਹ ਹੋਰ ਕੁਝ ਕਰ ਦਿੰਦਾ। ਸਤਿਗੁਰੂ ਨਾਵੇਂ ਪਾਤਸ਼ਾਹ ਕਹਿੰਦੇ, ਨਰ ਚਾਹਤ ਕਛ ਔਰੈ ਕੀ ਔਰੈ ਭਈ, ਚਿਤਵਤ ਰਹਿਓ ਠਗੌਰ, ਨਾਨਕ ਫਾਸੀ ਗਲ ਪਰੀ। ਮਨੁੱਖ ਕੁਝ ਹੋਰ ਸੋਚਦਾ ਹੈ, ਕਰਤਾਰ ਕੁਝ ਹੋਰ ਕਰ ਦਿੰਦਾ। ਉਹਦੇ ਕਰਤਬਾਂ ਨੂੰ ਜਾਣਿਆ ਹੀ ਨਹੀਂ ਜਾਂਦਾ। ਹਰ ਕੀ ਗਤ ਨਹਿ ਕੋ ਜਾਣੇ, ਜੋਗੀ ਜਤੀ ਤਪੀ ਪਚਹਾਰੇ, ਅਰ ਬਹੁ ਲੋਕ ਸਿਆਣੇ। ਮਹਾਰਾਜ ਕਹਿੰਦੇ ਹਰੀ ਪਰਮੇਸ਼ਰ ਦੀ ਗਤੀ ਜਾਣੀ ਨਹੀਂ ਜਾਂਦੀ। ਵੱਡੇ ਵੱਡੇ ਸਿਆਣੇ ਵੀ ਜਿਹੜੇ ਆ, ਉਹ ਵੀ ਹਾਰ ਅੰਬ ਗਏ ਵੀ ਨਹੀਂ ਸਮਝ ਆਉਂਦੀ।
ਇੱਥੇ ਜਾ ਕਰਕੇ ਸਭ ਸਿਆਣਪਾਂ ਸਮਾਪਤ ਹੋ ਜਾਂਦੀਆਂ ਤੇ ਇਹੀ ਬੇਨਤੀ ਕਰਨੀ ਪੈਂਦੀ ਹੈ, ਤੁਮਰੀ ਗਤਮਿਤ ਤੁਮ ਹੀ ਜਾਨੀ, ਨਾਨਕ ਦਾਸ ਸਦਾ ਕੁਰਬਾਨੀ। ਮਹਾਰਾਜ ਆਪਣੀ ਗਤਮਿਤ ਨੂੰ ਆਪ ਹੀ ਜਾਣਦੇ ਹੋ ਤੁਸੀਂ, ਕਿਉਂਕਿ ਉਹ ਪਰਮੇਸ਼ਰ ਜੇ ਚਾਹਵੇ ਤੇ ਜਿੱਥੇ ਪਾਣੀ ਵਗਦਾ ਹੈ ਨਾ, ਉੱਥੇ ਸਾਧ ਸੰਗਤ ਜੀ ਟਿੱਬੇ ਬਣਾ ਦਿੰਦਾ, ਜਲ ਦੀ ਥਾਂ ਤੇ ਥਲ ਬਣਾ ਦਿੰਦਾ। ਤੇ ਜਿੱਥੇ ਥਲ ਹੈ ਨਾ, ਉੱਚੇ ਟਿੱਬੇ, ਉੱਥੇ ਖੂਹ ਬਣਾ ਦਿੰਦਾ। ਤੇ ਜਿੱਥੇ ਖੂਹ ਚੱਲਦੇ ਆ, ਡੂੰਘਾ ਥਾਂ ਹੈ, ਉੱਥੇ ਪਹਾੜ ਬਣਾ ਦਿੰਦਾ, ਸਮੇਰ ਪਰਬਤ ਬਣਾ ਦਿੰਦਾ। ਧਰਤੀ ਤੇ ਵਿਚਰਨ ਵਾਲਿਆਂ ਨੂੰ ਆਕਾਸ਼ ਵਿੱਚ ਚੜਾ ਦਿੰਦਾ ਹੈ, ਭਾਵ ਉੱਚੀਆਂ ਪਦਵੀਆਂ ਤੇ ਬਿਠਾ ਦਿੰਦਾ ਹੈ। ਰੰਕਾਂ ਨੂੰ ਰਾਜੇ ਬਣਾ ਦਿੰਦਾ ਹੈ। ਤੇ ਜੇ ਰਾਜੇ ਬਣ ਕੇ ਹੰਕਾਰੀ ਹੋ ਜਾਣ, ਪਰਮੇਸ਼ਰ ਨੂੰ ਭੁੱਲ ਜਾਣ, ਤੇ ਰਾਜਿਆਂ ਤੋਂ ਫਿਰ ਰੰਕ ਬਣਾ ਦਿੰਦਾ। ਧਰਤੀ ਤੋਂ ਆਕਾਸ਼ ਤੇ ਚੜਾ ਦਿੰਦਾ ਹੈ, ਤੇ ਆਕਾਸ਼ ਵਿੱਚ ਚੜਿਆਂ ਨੂੰ ਫਿਰ ਥੱਲੇ ਸੁੱਟ ਦਿੰਦਾ। ਉਹਦੇ ਕਰਤੱਵ ਨਹੀਂ ਜਾਣੇ ਜਾਂਦੇ। ਜਲ ਤੇ ਥਲ ਕਰ, ਥਲ ਤੇ ਕੂਆ, ਕੂਪ ਤੇ ਮੇਰ ਕਰਾਵੇ, ਧਰਤੀ ਤੇ ਆਕਾਸ਼ ਚੜਾਵੇ, ਚੜੇ ਆਕਾਸ਼ ਗਿਰਾਵੇ। ਤੇ ਮਹਾਰਾਜ ਸਾਹਿਬ ਕਹਿੰਦੇ ਉਹ ਭਿਖਾਰੀਆਂ ਤੋਂ ਰਾਜੇ ਵੀ ਤੇ ਰਾਜਿਆਂ ਤੋਂ ਭਿਖਾਰੀ ਵੀ ਬਣਾ ਦਿੰਦਾ। ਭਿਖਾਰੀ ਤੇ ਰਾਜ ਕਰਾਵੇ, ਰਾਜਾ ਤੇ ਭਿਖਾਰੀ, ਖਲ ਮੂਰਖ ਤੇ ਪੰਡਿਤ ਕਰਬੋ, ਪੰਡਿਤ ਤੇ ਮੁਗਧਾਰੀ। ਖਲਾਂ ਮੂਰਖਾਂ ਤੋਂ ਉਹ ਪੰਡਿਤ ਵੀ ਵਿਦਵਾਨ ਵੀ ਬਣਾ ਦਿੰਦਾ ਹੈ, ਤੇ ਵਿਦਵਾਨਾਂ ਨੂੰ ਮੂਰਖ ਵੀ ਬਣਾ ਦਿੰਦਾ। ਨਾਰੀ ਤੇ ਜੋ ਪੁਰਖ ਕਰਾਵੇ, ਪੁਰਖਣ ਤੇ ਜੋ ਨਾਰੀ। ਨਾਰੀ ਤੋਂ ਪੁਰਖ ਵੀ ਬਣਾ ਦਿੰਦਾ ਹੈ, ਤੇ ਪੁਰਖ ਤੋਂ ਨਾਰੀ ਵੀ ਬਣਾ ਦਿੰਦਾ। ਐਸੀ ਉਹਦੀ ਸਮਰੱਥਾ। ਉਹ ਸਭ ਕੁਝ ਬਦਲਣ ਨੂੰ ਸਮਰੱਥ ਹੈ। ਤੇ ਜਿਹੜੇ ਮਾਸ ਖਾਣ ਵਾਲੇ, ਉਹਨਾਂ ਨੂੰ ਜੇ ਚਾਹਵੇ ਤੇ ਘਾਹ ਵੀ ਖਾਣ ਵਾਸਤੇ ਮਜਬੂਰ ਕਰ ਦਿੰਦਾ। ਨਹੀਂ ਤਾਂ ਮਾਸ ਖਾਣ ਵਾਲੇ ਜਿਹੜੇ ਮਾਸਾਹਾਰੀ ਉਹਨੇ ਪੈਦਾ ਕੀਤੇ ਆ ਨਾ, ਪੰਛੀ, ਬਾਜ ਆਦਿਕ, ਤੇ ਇਸੇ ਤਰ੍ਹਾਂ ਸ਼ੇਰ ਆਦਿਕ, ਜਿਨ੍ਹਾਂ ਦੀ ਖੁਰਾਕ ਹੀ ਮਾਸ ਹੈ, ਜੇ ਪਰਮੇਸ਼ਰ ਚਾਹਵੇ ਤੇ ਉਹ ਉਹਨਾਂ ਨੂੰ ਘਾਹ ਖਾਣ ਵੀ ਲਾ ਦਿੰਦਾ। ਤੇ ਜਿਹੜੇ ਘਾਹ ਖਾਣ ਵਾਲੇ ਆ, ਉਹਨਾਂ ਤੋਂ ਮਾਸ ਵੀ ਖਵਾ ਦਿੰਦਾ ਉਹਨਾਂ ਨੂੰ। ਇਹ ਧੁਰ ਕੀ ਬਾਣੀ ਦੇ ਪਾਵਨ ਬੋਲ ਹਨ ਕਿ ਉਹਦੇ ਕਰਤੱਵ ਨਹੀਂ ਜਾਣੇ ਜਾਂਦੇ। ਉਹਨੇ ਕੀ ਕਰਨਾ ਹੈ, ਹਮੇਸ਼ਾ ਉਹਦੇ ਭੈ ਵਿੱਚ ਹੀ ਰਹਿਣਾ ਚਾਹੀਦਾ। ਸਿੰਘਾਂ ਬਾਜਾਂ ਚਰਗਾਂ ਕੁਹੀਆਂ, ਇਹਨਾਂ ਖਵਾਲੇ ਘਾਹ, ਘਾਹੋ ਖਾਣ ਤੇ ਨਾ ਮਾਸ ਖਵਾਲੇ, ਇਹ ਚਲਾਏ ਰਾਹ। ਨਦੀਆਂ ਵਿੱਚ ਟਿੱਬੇ ਦੇ ਖਾਲੇ, ਥਲੀ ਕਰੇ ਅਸਗਾਹ। ਨਦੀਆਂ ਦੇ ਵਿੱਚ ਟਿੱਬੇ ਵਿਖਾ ਦਿੰਦਾ ਉਹ ਬਣਾ ਕੇ। ਤੇ ਜਿੱਥੇ ਥਲ ਵੜਨਾ, ਉੱਥੇ ਉਹ ਡੂੰਘਾ ਦਰਿਆ ਬਣਾ ਦਿੰਦਾ ਹੈ। ਥਲੀ ਕਰੇ ਅਸਗਾਹ, ਕੀੜਾ ਥਾਪ ਦੇ ਪਾਤਸ਼ਾਹੀ। ਨਿੱਕੇ ਜਿਹੇ ਕੀੜੇ ਨੂੰ ਥਾਪ ਕੇ ਪਾਤਸ਼ਾਹ ਬਣਾ ਦਿੰਦਾ। ਕੀੜਾ ਥਾਪ ਦੇ ਪਾਤਸ਼ਾਹੀ, ਲਸ਼ਕਰ ਕਰੇ ਸੁਆਹਾ। ਤੇ ਫੌਜਾਂ ਦੇ ਮਾਲਕ ਨੂੰ ਫੌਜਾਂ ਸਮੇਤ ਖਾਕ ਵਿੱਚ, ਸੁਆਹ ਵਿੱਚ ਮਿਲਾ ਦਿੰਦਾ, ਸਮਾਪਤ ਕਰ ਦਿੰਦਾ। ਜੇਤੇ ਜੀ ਜੀਵਹਿ ਲੈ ਸਾਹਾ, ਜੀ ਵਾਲੇ ਤਾਂ ਕੇ ਅਸਾਹਾ। ਜਿੰਨੇ ਜੀਵ ਉਹਨੇ ਪੈਦਾ ਕੀਤੇ, ਮਹਾਰਾਜ ਕਹਿੰਦੇ ਉਹਨਾਂ ਨੂੰ ਸਵਾਸ ਦੇ ਕੇ ਜੀਵਨ ਦੇ ਰਿਹਾ ਹੈ। ਤੇ ਜੇ ਉਹ ਚਾਹਵੇ ਤੇ ਬਿਨਾਂ ਸਵਾਸਾਂ ਤੋਂ ਵੀ ਜ਼ਿੰਦਗੀ ਦੇ ਦਿੰਦਾ ਹੈ, ਜੇ ਚਾਹੇ ਤਾਂ। ਜੇਤੇ ਜੀ ਜੀਵਹਿ ਲੈ ਸਾਹਾ, ਜੀ ਵਾਲੇ ਤਾਂ ਕਿ ਅਸਾਹਾ। ਨਾਨਕ ਜਿਉ ਜਿਉ ਸੱਚੇ ਭਾਵੈ, ਤਿਉ ਤਿਉ ਦੇ ਗਿਰਾਹ। ਜਿਵੇਂ ਜਿਵੇਂ ਸੱਚੇ ਨੂੰ ਭਾਉਂਦਾ, ਉਵੇਂ ਉਵੇਂ ਜੀਵਾਂ ਨੂੰ ਰੋਜੀ ਰੋਟੀ ਦਿੰਦਾ। ਉਹਦੇ ਕਰਤੱਵ ਨਹੀਂ ਜਾਣੇ ਜਾਂਦੇ। ਜਾ ਕੇ ਕਰਤੱਵ ਲਖੇ ਨਾ ਜਾਹੇ। ਜਿਸ ਦੇ ਕਰਤੱਵ, ਜਿਸ ਦੇ ਕੌਤਕ, ਜਿਸ ਦੇ ਕੰਮ, ਜਿਸ ਨੇ ਕੀ ਕਰਨਾ ਹੈ, ਉਹ ਜਾਣਿਆ ਨਹੀਂ ਜਾਂਦਾ ਹੈ। ਜਾ ਕਾ ਪਰਵਾਸਾ ਸਭ ਘਟ ਮਾਹੇ। ਜਿਸ ਦਾ ਭਾਈ ਆਸਰਾ, ਜਿਸ ਦਾ ਪ੍ਰਵਾਸਾ, ਜਿਸ ਦਾ ਧੀਰਜ, ਜਿਸ ਦਾ ਭਰੋਸਾ ਸਾਰਿਆਂ ਹਿਰਦਿਆਂ ਦੇ ਵਿੱਚ ਹੈ। ਪ੍ਰਗਟ ਭਇਆ ਸਾਧੂ ਕੈ ਸੰਗ। ਜਿਨ੍ਹਾਂ ਨੇ ਭਾਈ ਗੁਰੂ ਦਾ ਸੰਗ ਕੀਤਾ ਹੈ, ਅਥਵਾ ਗੁਰੂ ਕੇ ਪਿਆਰੇ ਸਾਧੂਆਂ ਦਾ ਸੰਗ ਕੀਤਾ ਹੈ, ਉਹਨਾਂ ਨੂੰ ਉਹ ਪਰਮੇਸ਼ਰ ਪ੍ਰਗਟ ਹੋ ਗਿਆ ਹੈ। ਸਰਬ ਵਿਆਪਕ, ਸਾਰੀ ਥਾਵਾਂ ਤੇ ਵਸਦਾ ਹੈ, ਪਰ ਗੁਪਤ ਰੂਪ ਵਿੱਚ ਵਸਦਾ ਹੈ, ਪ੍ਰਗਟ ਨਹੀਂ ਹੈ। ਪ੍ਰਗਟ ਉਹਨਾਂ ਨੂੰ ਹੋਇਆ ਜਿਨ੍ਹਾਂ ਨੇ ਗੁਰੂ ਕੀ ਸੰਗਤ ਕੀਤੀ। ਪ੍ਰਗਟ ਉਹਨਾਂ ਦੇ ਹਿਰਦੇ ਵਿੱਚ ਹੋਇਆ
ਜਿਨ੍ਹਾਂ ਨੇ ਗੁਰੂ ਕੇ ਪਿਆਰੇ ਸਾਧੂਆਂ ਦਾ ਸੰਗ ਕੀਤਾ, ਗੁਰਮੁਖਾਂ ਦਾ ਸੰਗ ਕੀਤਾ ਤੇ ਨਾਮ ਬਾਣੀ ਦਾ ਅਭਿਆਸ ਕੀਤਾ, ਉਹਨਾਂ ਦੇ ਅੰਦਰ ਫਿਰ ਉਹ ਪ੍ਰਗਟ ਹੋ ਗਿਆ, ਨਹੀਂ ਤੇ ਗੁਪਤ ਹੈ। ਇੱਕ ਮੁਸਲਮਾਨ ਪੀਰ ਨੇ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੂੰ ਪੁੱਛਿਆ ਸੀ ਕਿ ਖੁਦਾ ਜੇ ਸਾਰੇ ਥਾਵਾਂ ਤੇ ਵਸਦਾ ਹੈ ਤੇ ਉਹ ਦਿਸਦਾ ਕਿਉਂ ਨਹੀਂ, ਪ੍ਰਗਟ ਕਿਉਂ ਨਹੀਂ ਹੈ? ਤੇ ਮਹਾਰਾਜ ਕਹਿਣ ਲੱਗੇ, ਪੀਰ ਜੀ ਮਿਹਨਤ ਕਰਨੀ ਪੈਂਦੀ ਹੈ ਫਿਰ ਪ੍ਰਗਟ ਹੁੰਦਾ ਹੈ। ਤੇ ਮਿਹਨਤ ਦੇ ਨਾਲ ਜੇ ਉਹਦੀ ਰਹਿਮਤ ਵੀ ਹੋਵੇ ਤੇ ਤਾਂ, ਮਿਹਨਤ ਵੀ ਇਕੱਲੀ ਨਹੀਂ ਕੰਮ ਆਉਂਦੀ, ਮਿਹਨਤ ਦੇ ਨਾਲ ਅਰਦਾਸਾਂ ਵੀ ਕਰਨੀਆਂ ਪੈਂਦੀਆਂ, ਬੇਨਤੀਆਂ ਵੀ ਕਰਨੀਆਂ ਪੈਂਦੀਆਂ, ਕਿਉਂਕਿ ਜ਼ੋਰ ਨਹੀਂ ਨਾ ਉਹਦੇ ਅੱਗੇ ਚੱਲਦਾ, ਸਿਆਣਪ ਨਹੀਂ ਚੱਲਦੀ, ਜ਼ੋਰ ਨਹੀਂ ਚੱਲਦਾ, ਚਾਰਾ ਕੋਈ ਨਹੀਂ ਚੱਲਦਾ, ਫਿਰ ਚੱਲਦੀ ਤੇ ਬੇਨਤੀ ਆ, ਅਰਦਾਸ ਹੀ ਚੱਲਦੀ। ਜਿਸ ਠਾਕੁਰ ਸਿਓ ਨਾਹੀ ਚਾਰਾ ਤਾ ਕਉ ਕੀਜੈ ਸਾਧ ਨਮਸਕਾਰਾ। ਜਿਹਦੇ ਅੱਗੇ ਕੋਈ ਜ਼ੋਰ ਨਾ ਚੱਲੇ, ਫਿਰ ਮਹਾਰਾਜ ਕਹਿੰਦੇ ਉੱਥੇ ਮੱਥਾ ਟੇਕ ਕੇ ਅਰਦਾਸ ਕਰਨੀ ਚਾਹੀਦੀ। ਗਰੀਬ ਨਵਾਜ ਕਹਿੰਦੇ, ਪੀਰ ਜੀ ਇੱਕ ਦੁੱਧ ਦਾ ਪਿਆਲਾ ਮੰਗਾਓ, ਦੁੱਧ ਦਾ ਛੰਨਾ ਮੰਗਾਓ। ਦੁੱਧ ਦਾ ਛੰਨਾ ਮੰਗਾਇਆ, ਮਹਾਰਾਜ ਕਹਿੰਦੇ ਇਹਦੇ ਵਿੱਚ ਕੀ ਹੈ? ਕਹਿੰਦਾ ਜੀ ਦੁੱਧ ਨਹੀਂ। ਮਹਾਰਾਜ ਕਹਿੰਦੇ ਹੋਰ ਵੀ ਕੁਝ ਹੈਗਾ ਇਹਦੇ ਚ। ਉਹ ਪੀਰ ਦਾ ਖਿਆਲ ਸੀ ਵੀ ਹੋਰ ਤਾਂ ਕੁਝ ਨਹੀਂ। ਕਹਿੰਦਾ ਜੀ ਮੈਂ ਆਪ ਪਾ ਕੇ ਲਿਆਇਆ, ਦੁੱਧ ਹੀ ਆ, ਪੁਣ ਕੇ ਲਿਆਂਦਾ ਦੁੱਧ। ਸਤਿਗੁਰੂ ਕਹਿੰਦੇ ਇਹਦੇ ਵਿੱਚ ਮੱਖਣ ਵੀ ਹੈ, ਇਹ ਦੁੱਧ ਦੇ ਵਿੱਚ ਦਹੀਂ ਵੀ ਹੈ, ਇਹਦੇ ਵਿੱਚ ਲੱਸੀ ਵੀ ਆ, ਇਹਦੇ ਚ ਪਨੀਰ ਵੀ ਆ, ਸਾਰਾ ਕੁਝ ਇਹਦੇ ਵਿੱਚ ਹੈ। ਪਰ ਉਹ ਪ੍ਰਗਟ ਕਰਨ ਵਾਸਤੇ ਮਿਹਨਤ ਕਰਨੀ ਪੈਂਦੀ। ਦੁੱਧ ਦੇ ਬੂੰਦ ਬੂੰਦ ਦੇ ਵਿੱਚ ਘਿਓ ਹੈ, ਪਰ ਘਿਓ ਨੂੰ ਕੱਢਣ ਵਾਸਤੇ ਮਿਹਨਤ ਕਰਨੀ ਪੈਂਦੀ। ਪੀਰ ਜੀ ਪਹਿਲਾਂ ਦੁੱਧ ਨੂੰ ਉਬਾਲਾ ਦੇਵਾਂਗੇ, ਫਿਰ ਠੰਡਾ ਹੋ ਜਾਵੇਗਾ, ਇਹਨੂੰ ਖੱਟਾ ਲਾਵਾਂਗੇ, ਜਾਗ ਲਾਵਾਂਗੇ, ਫਿਰ ਇਹਨੂੰ 7-8 ਘੰਟੇ, ਕੋਈ 10 ਘੰਟੇ ਇੱਕ ਥਾਂ ਤੇ ਟਿਕਾ ਕੇ ਰੱਖਾਂਗੇ, ਉਡੀਕ ਕਰਾਂਗੇ, ਤੇ ਫਿਰ ਇਹਨੂੰ ਰਿੜਕਾਂਗੇ। ਰਿੜਕਣ ਤੋਂ ਬਾਅਦ ਦੁੱਧ ਚੋਂ ਮੱਖਣ ਨਿਕਲੇਗਾ, ਫਿਰ ਗਰਮ ਕਰਾਂਗੇ ਤੇ ਫਿਰ ਘਿਓ ਨਿਕਲੇਗਾ। ਪੀਰ ਜੀ ਮਿਹਨਤ ਤੋਂ ਬਿਨਾਂ ਤੇ ਦੁੱਧ ਦੇ ਵਿੱਚੋਂ ਘਿਓ ਨਹੀਂ ਨਿਕਲਦਾ, ਤੇ ਖੁਦਾ ਕਿੱਥੋਂ ਮਿਲ ਜਾਵੇ? ਜਿਵੇਂ ਦੁੱਧ ਵਿੱਚ ਘਿਓ ਵਿਆਪਕ ਹੈ, ਜਿਵੇਂ ਬਨਸਪਤੀ ਦੇ ਵਿੱਚ ਅੱਗ ਵਿਆਪਕ ਹੈ, ਇਸ ਤਰ੍ਹਾਂ ਸਾਰੀ ਸ੍ਰਿਸ਼ਟੀ ਵਿੱਚ ਖੁਦਾ ਵਿਆਪਕ ਹੈ, ਪ੍ਰਮਾਤਮਾ ਵਿਆਪਕ ਹੈ। ਪਰ ਜਿਵੇਂ ਲੱਕੜ ਚੋਂ ਅੱਗ ਕੱਢਣ ਵਾਸਤੇ ਪਹਿਲਾਂ ਬਾਹਰੋਂ ਅੱਗ ਲਾਉਣੀ ਪੈਂਦੀ ਹੈ ਨਾ, ਸੁੱਕੀ ਲੱਕੜ ਨੂੰ, ਫਿਰ ਉਹਦੇ ਵਿਚਲੀ ਅੱਗ ਪ੍ਰਗਟ ਹੁੰਦੀ ਹੈ। ਜਿਵੇਂ ਦੁੱਧ ਦੇ ਵਿੱਚੋਂ ਘਿਓ ਕੱਢਣ ਵਾਸਤੇ ਪਹਿਲਾਂ ਬਾਹਰੋਂ ਜਾਗ ਲਾਉਣਾ ਪੈਂਦਾ ਹੈ, ਤੇ ਫਿਰ ਕਿਤੇ ਰਿੜਕਣ ਤੋਂ ਬਾਅਦ ਉਹਦੇ ਚੋਂ ਘਿਓ ਨਿਕਲਦਾ। ਇਸ ਤਰ੍ਹਾਂ ਮਹਾਰਾਜ ਕਹਿੰਦੇ ਗੁਰੂ ਦੇ ਸ਼ਬਦ ਦਾ ਜਾਗ ਲਾ ਕੇ ਤੇ ਜਿਹੜਾ ਪੁਨਾ ਪੁਨਾ ਜਪਣਾ ਹੈ ਨਾ, ਇਹ ਰਿੜਕਣਾ ਪੈਂਦਾ ਹੈ। ਰਸਨਾ ਨਾਮ ਜਪੋ ਤਬ ਮਥੀਐ, ਇਨ ਬਿਧ ਅੰਮ੍ਰਿਤ ਪਾਵਹੁ। ਪੰਜਵੇਂ ਪਾਤਸ਼ਾਹ ਦਾ ਬਚਨ ਹੈ, ਸਗਲ ਬਨਸਪਤ ਮਹਿ ਬੈ ਸੰਤਰ, ਸਗਲ ਦੂਧ ਮਹਿ ਕੀਆ, ਊਚ ਨੀਚ ਮਹਿ ਜੋਤ ਸਮਾਣੀ, ਘਟ ਘਟ ਮਾਧੋ ਜੀਆ। ਮਿਹਨਤ ਦੀ ਗੱਲ, ਮੁਸ਼ੱਕਤ ਦੀ ਗੱਲ ਜਗਤ ਗੁਰੂ ਜੀ ਨੇ ਕੀਤੀ ਹੈ। ਮਹਾਰਾਜ ਕਹਿੰਦੇ ਜਿਨ੍ਹਾਂ ਨੇ ਨਾਮ ਧਿਆਇਆ ਉਹਨਾਂ ਨੇ ਘਾਲ ਘਾਲੀ, ਉਹਨਾਂ ਨੇ ਮੁਸ਼ੱਕਤ ਘਾਲੀ ਹੈ। ਆਪਾਂ ਰੋਜ਼ ਪੜ੍ਹਦੇ ਹਾਂ, ਜਿਨੀ ਨਾਮ ਧਿਆਇਆ ਗਏ ਮੁਸ਼ੱਕਤ ਘਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਬੰਦਾ ਪਦਾਰਥ ਦੇ ਵਾਸਤੇ ਤੇ ਕਿੰਨੀ ਮੁਸ਼ੱਕਤ ਘਾਲਦਾ ਹੈ, ਪਰ ਪ੍ਰਮਾਤਮਾ ਵਾਸਤੇ ਨਹੀਂ ਘਾਲਦਾ। ਮਹਾਰਾਜ ਕਹਿੰਦੇ ਇੱਧਰ ਵੀ ਘਾਲਣੀ ਪੈਣੀ ਹੈ ਭਾਈ। ਨਾਮ ਜਪਣਾ, ਇਸ਼ਨਾਨ ਕਰਨਾ, ਨਾਮ ਜਪਣਾ, ਆਰਾਧਨਾ ਕਰਨੀ, ਇਹ ਮੁਸ਼ੱਕਤ ਘਾਲਣੀ ਹੈ, ਪੈਣੀ ਹੈ। ਪੀਰ ਜੀ ਜਿਵੇਂ ਯਤਨ ਕੀਤਿਆਂ ਹੀ ਦੁੱਧ ਵਿੱਚੋਂ ਘਿਓ ਨਿਕਲਦਾ ਹੈ ਨਾ, ਇਸ ਤਰ੍ਹਾਂ ਖੁਦਾ ਦੀ ਬੰਦਗੀ ਕੀਤਿਆਂ ਉਹ ਪ੍ਰਮਾਤਮਾ ਜਿਹੜਾ ਅੰਦਰ ਬੈਠਾ ਹੈ ਉਹ ਪ੍ਰਗਟ ਹੋ ਜਾਂਦਾ ਹੈ। ਸਤਿਗੁਰੂ ਕਹਿੰਦੇ ਪ੍ਰਗਟ ਭਇਆ ਸਾਧੂ ਕੈ ਸੰਗ। ਜਿਨ੍ਹਾਂ ਨੇ ਗੁਰੂ ਕਾ ਸੰਗ ਕੀਤਾ ਅਥਵਾ ਗੁਰੂ ਕੇ ਪਿਆਰੇ ਸਾਧੂ ਜਨਾਂ ਦਾ ਸੰਗ ਕੀਤਾ, ਉਹਨਾਂ ਦੇ ਹਿਰਦੇ ਅੰਦਰ ਪ੍ਰਮਾਤਮਾ ਪ੍ਰਗਟ ਹੋ ਗਿਆ। ਭਗਤ ਅਰਾਧੈ ਅਨ ਦਿਨ ਰੰਗ। ਭਗਤ ਆਰਾਧਨਾ ਕਰਦੇ ਆ ਉਸ ਪ੍ਰਭੂ ਦੀ ਦਿਨੇ ਰਾਤ। ਕਿਵੇਂ ਆਰਾਧਦੇ ਆ? ਰੰਗ, ਪ੍ਰੇਮ ਦੇ ਵਿੱਚ, ਪ੍ਰੇਮ ਵਿੱਚ ਆਰਾਧਨਾ ਕਰਦੇ। ਪ੍ਰੇਮ ਦੇ ਨਾਲ ਦਿਨੇ ਵੀ ਆਰਾਧਦੇ ਆ ਤੇ ਰਾਤ ਨੂੰ ਵੀ ਆਰਾਧਦੇ ਹਨ। ਭਗਤ ਤੇਰਾ ਮਨ ਭਾਵਦੇ
ਦਰ ਸੋਹਣ ਕੀਰਤ ਗਾਵਦੇ। ਦੇਦੇ ਟੋਟ ਨਹੀਂ ਭੰਡਾਰ। ਮਹਾਰਾਜ ਕਹਿੰਦੇ ਪਰਮੇਸ਼ਰ ਦੇ ਭੰਡਾਰੇ ਅਣਗਿਣਤ ਵਾ, ਤੇ ਦਿੰਦਿਆਂ ਉਹਦੇ ਭੰਡਾਰਿਆਂ 'ਚ ਤੋਟ ਨਹੀਂ ਆਉਂਦੀ ਹੈ। ਤੋਟ ਤਾਂ ਕੀ ਆਉਣੀ, ਮੁੱਕਣਾ ਤੇ ਕੀ ਉਹਦਾ ਭੰਡਾਰਾ, ਉਹ ਸਗੋਂ ਵੱਧਦਾ ਜਾਂਦਾ ਹੈ। ਮਹਾਰਾਜ ਕਹਿੰਦੇ ਖਾਵੈ ਖਰਚਾ ਹੈ ਰਲ ਮਿਲ ਭਾਈ, ਤੋਟ ਨਾ ਆਵੈ ਵੱਧ ਤੋਂ ਜਾਈ। ਦੁਨੀਆ ਦੇ ਖਜ਼ਾਨੇ ਮੁੱਕ ਜਾਂਦੇ ਆ, ਸਰਕਾਰਾਂ ਦੇ ਖਜ਼ਾਨੇ ਮੁੱਕ ਜਾਂਦੇ, ਕਹਿੰਦੇ ਖਜ਼ਾਨਾ ਖਾਲੀ ਹੋ ਗਿਆ, ਹੁਣ ਜਦੋਂ ਫੇਰ ਕਿਤੇ ਭਰੇਗਾ ਕਹਿੰਦੇ ਫੇਰ ਕੰਮ ਚਲਾਵਾਂਗੇ। ਪਰ ਪ੍ਰਮਾਤਮਾ ਨੇ ਜਦੋਂ ਸ੍ਰਿਸ਼ਟੀ ਸਾਜੀ ਹੈ ਉਦੋਂ ਤੋਂ ਲੈ ਕੇ ਉਹਦਾ ਕਦੀ ਖਜ਼ਾਨਾ ਮੁੱਕਣਾ ਤੇ ਕੀ ਹੋਣਾ ਤੇ ਕੀ ਹੋਣਾ ਸੀ, ਉਹ ਵੱਧਦਾ ਹੀ ਜਾਂਦਾ। ਉਹਨੇ ਜੋ ਕੁਝ ਪਾ ਦਿੱਤਾ ਹੈ ਨਾ, ਜੋ ਕੁਛ ਪਾਇਆ ਸੋ ਏਕਾ ਵਾਰ, ਇੱਕੇ ਵਾਰੀ ਪਾ ਦਿੱਤਾ ਹਰ ਇੱਕ ਜੀਵ ਦੇ ਭਾਗਾਂ ਦੇ ਵਿੱਚ। ਖਾਈ ਜਾ ਖਰਚੀ ਜਾ। ਤੋ ਮਹਾਰਾਜ ਸਾਹਿਬ ਜੀ ਪਰਮੇਸ਼ਰ ਦੇ ਭੰਡਾਰੇ ਨਹੀਂ ਕਦੀ ਵੀ ਮੁੱਕਦੇ। ਲੈਣ ਵਾਲੇ ਮੁੱਕ ਜਾਂਦੇ ਆ, ਖਾਣ ਵਾਲੇ ਮੁੱਕ ਜਾਂਦੇ ਆ, ਖਾਂਦਿਆਂ ਖਾਂਦਿਆਂ ਦੰਦ ਘਸ ਜਾਂਦੇ ਮੂੰਹ ਚੋਂ। ਕਦੀ ਪ੍ਰਸ਼ਾਦਾ ਮੁੱਕਿਆ, ਕਦੀ ਅਨਾਜ ਮੁੱਕਿਆ, ਪਹਿਣਦਿਆਂ ਸਰੀਰ ਘਸ ਜਾਂਦਾ, ਬੁੱਢਾ ਹੋ ਜਾਂਦਾ ਸਰੀਰ। ਪਰ ਪਰਮੇਸ਼ਰ ਦੀਆਂ ਦਾਤਾਂ ਨਹੀਂ ਮੁੱਕਦੀਆਂ। ਬਾਣੀ ਚ ਆਖਿਆ ਮਹਾਰਾਜ ਨੇ ਕਿਹਾ ਖਾਂਦਿਆਂ ਖਾਂਦਿਆਂ ਮੋਹ ਇਕੱਠਾ, ਪੈ ਨੰਦਿਆਂ ਸਭ ਅੰਗ, ਨਾਨਕ ਧ੍ਰਿਗ ਤਿਨਾ ਕਾ ਜੀਵਿਆ, ਜਿਨ ਸੱਚ ਨਾ ਲਾਗੋ ਰੰਗ। ਜੇ ਫਿਰ ਵੀ ਤੇਰਾ ਪ੍ਰੇਮ ਪ੍ਰਮਾਤਮਾ ਨਾਲ ਨਾ ਲੱਗੇ ਤੇ ਫਿਰ ਭਾਈ ਕੀ ਕਿਹਾ ਜਾ ਸਕਦਾ। ਜਿੰਨੇ ਇੰਨੀਆਂ ਦਾਤਾਂ ਦਿੱਤੀਆਂ, ਤੇ ਜਦੋਂ ਤੋਂ ਸ੍ਰਿਸ਼ਟੀ ਸਾਜੀ ਉਦੋਂ ਤੋਂ ਜੀਵ ਉਹਦੇ ਤੋਂ ਦਾਤਾਂ ਲੈ ਕੇ ਖਾਈ ਜਾਂਦੇ ਆ। ਲੈਣ ਵਾਲੇ ਥੱਕ ਗਏ ਪਰ ਦੇਣ ਵਾਲਾ ਥੱਕਿਆ ਨਹੀਂ, ਨਾ ਆਖਿਆ ਹੀ ਹੈ। ਦੇਂਦਾ ਦੇ ਲੈਂਦੇ ਥੱਕ ਪਾਹੇ, ਜੁਗਾ ਜੁਗੰਤਰ ਖਾਹੀ ਖਾਹੀ। ਜੁਗਾ ਜੁਗੰਤਰਾਂ ਤੋਂ ਲੈ ਕੇ ਦਾਤਾਂ ਉਹਦੇ ਤੋਂ ਖਾਈ ਜਾਂਦੇ ਆ ਸ੍ਰਿਸ਼ਟੀ ਦੇ ਜੀਵ, ਪਰ ਉਹਦੇ ਭੰਡਾਰਿਆਂ 'ਚ ਕਦੀ ਤੋਟ ਨਹੀਂ ਆਉਂਦੀ ਹੈ। ਖਿਨ ਮੈਂ ਥਾਪ ਉਥਾਪਣ ਹਾਰਾ। ਇੱਕ ਖਿਣ ਵਿੱਚ ਸ੍ਰਿਸ਼ਟੀ ਨੂੰ ਉਹ ਥਾਪਣ ਵਾਲਾ ਵੀ ਹੈ ਤੇ ਉਥਾਪਣ ਹਾਰ ਵੀ ਹੈ, ਪੁੱਟਣ ਵਾਲਾ ਵੀ ਹੈ। ਦੇਂਦੇ ਤੋਟ ਨਹੀਂ ਭੰਡਾਰ, ਖਿਨ ਮਹਿ ਥਾਪ ਉਥਾਪਣ ਹਾਰ। ਇੱਕ ਖਿਣ ਦੇ ਵਿੱਚ ਹੀ ਉਹ ਥਾਪ ਦਿੰਦਾ ਹੈ, ਤੇ ਇੱਕ ਖਿਣ ਦੇ ਵਿੱਚ ਹੀ ਸ੍ਰਿਸ਼ਟੀ ਨੂੰ ਉਥਾਪਣ ਹਾਰ ਵੀ, ਪੁੱਟਣ ਵਾਲਾ ਵੀ, ਸਮਾਪਤ ਵੀ ਕਰ ਦਿੰਦਾ ਹੈ। ਜਾ ਕਾ ਹੁਕਮ ਨਾ ਮੇਟੈ ਕੋਈ। ਜਿਸ ਵਾਹਿਗੁਰੂ ਪਰਮੇਸ਼ਰ ਦਾ ਹੁਕਮ ਕੋਈ ਨਹੀਂ ਮੇਟ ਸਕਦਾ ਹੈ, ਸਾਰਿਆਂ ਨੂੰ ਮੰਨਣਾ ਪੈਂਦਾ ਹੈ। ਸਿਰ ਪਾਤਸ਼ਾਹ ਸਾਚਾ ਸੋਏ। ਉਹ ਪਾਤਸ਼ਾਹਾਂ ਦੇ ਸਿਰ ਦੇ ਉੱਤੇ ਸ਼੍ਰੋਮਣੀ ਸੱਚਾ ਪਾਤਸ਼ਾਹ ਹੈ। ਬਾਕੀ ਸਭ ਰਾਜੇ ਮਹਾਰਾਜੇ ਉਹਦੇ ਚਰਨਾਂ 'ਚ ਨਮਸਕਾਰਾਂ ਕਰਦੇ ਹਨ। ਤੁਮ ਹੋ ਸਭ ਰਾਜਨ ਕੇ ਰਾਜਾ, ਆਪੇ ਆਪ ਗਰੀਬ ਨਿਵਾਜਾ। ਰਾਜਨ ਕੇ ਰਾਜਾ, ਮਹਾਰਾਜਨ ਕੇ ਮਹਾਰਾਜਾ, ਐਸਾ ਉਹ ਪਰਮੇਸ਼ਰ ਵਾਹਿਗੁਰੂ ਹੈ। ਇਸ ਕੀ ਓਟ ਦਿਸੈ ਕੀ ਆਸਾ। ਮਹਾਰਾਜ ਕਹਿੰਦੇ ਸਾਨੂੰ ਤਾਂ ਭਾਈ ਜਿਸ ਵਾਹਿਗੁਰੂ ਪਰਮੇਸ਼ਰ ਦੀ ਓਟ ਹੈ ਨਾ, ਤਿਸੈ ਕੀ ਆਸਾ, ਉਹਦੇ ਤੇ ਅਸੀਂ ਆਸ ਰੱਖੀ ਹੈ। ਅਸੀਂ ਕੋਈ ਆਸ, ਕੋਈ ਓਟ, ਕੋਈ ਟੇਕ ਹੋਰ ਕਿਸੇ ਉੱਤੇ ਨਹੀਂ ਰੱਖੀ ਹੈ। ਮਾਨੁਖ ਕੀ ਟੇਕ ਬ੍ਰਿਥੀ ਸਭ ਜਾਨ, ਦੇਵਨ ਕਉ ਏਕੈ ਭਗਵਾਨ। ਜਿਸ ਕੈ ਦੀਐ ਰਹੈ ਅਗਾਏ, ਬਹੁਰ ਨਾ ਤ੍ਰਿਸ਼ਨਾ ਲਾਗੈ ਆਏ। ਮਾਰੈ ਰਾਖੈ ਏਕੋ ਆਪ, ਮਾਨੁਖ ਕੈ ਕਿਛ ਨਾਹੀ ਹਾਥ। ਤਿਸ ਕਾ ਹੁਕਮ ਬੂਝ ਸੁਖ ਹੋਏ, ਤਿਸ ਕਾ ਨਾਮ ਰਖ ਕੰਠ ਪਰੋਏ। ਸਿਮਰ 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 ਪ੍ਰਭ ਸੋਏ, ਨਾਨਕ ਬਿਗਨ ਨਾ ਲਾਗੈ ਕੋਈ। ਮਹਾਰਾਜ ਕਹਿੰਦੇ ਜਿਸ ਵਾਹਿਗੁਰੂ ਦੀ ਸਾਨੂੰ ਓਟ ਹੈ, ਉਸੇ ਦੀ ਸਾਨੂੰ ਆਸਾ ਹੈ। ਦੁੱਖ ਸੁਖ ਹਮਰਾ ਤਿਸ ਹੀ ਪਾਸਾ। ਤੇ ਸਾਡਾ ਦੁੱਖ ਤੇ ਸੁਖ ਤਿਸ ਹੀ ਪਾਸਾ, ਤਿਸ ਪਰਮੇਸ਼ਰ ਵਾਹਿਗੁਰੂ ਜੀ ਦੇ ਪਾਸ ਹੀ ਅਸੀਂ ਦੱਸਦੇ ਹਾਂ, ਬੇਨਤੀ ਕਰਦੇ ਹਾਂ। ਆਪਣਾ ਦੁੱਖ ਵੀ ਆਪਣਾ ਸੁਖ ਵੀ ਸਾਡੀ ਤਾਂ ਉਸ ਪ੍ਰਭੂ ਦੇ ਅੱਗੇ ਹੀ ਅਰਜ਼ੋਈ ਹੁੰਦੀ ਹੈ। ਰਾਖ ਲੀਨੋ ਸਭ ਜਨ ਕਾ ਪਰਦਾ। ਜਿਸ ਨੇ ਆਪਣੇ ਸਭ ਜਨਾਂ ਦਾ ਪਰਦਾ ਰੱਖਿਆ ਹੋਇਆ ਹੈ ਪਰਮੇਸ਼ਰ ਨੇ, ਉਹ ਸਭ ਦੇ ਪਰਦੇ ਕੱਜਣ ਵਾਲਾ ਹੈ। ਵੱਡਾ ਹੈ ਨਾ, ਵੱਡੇ ਹਿਰਦੇ ਵਾਲਾ ਹੈ। ਦੁਨੀਆ ਤੇ ਪਰਦੇ ਚੁੱਕਦੀ ਹੈ ਸਾਧ ਸੰਗਤ ਜੀ, ਪਰ ਪ੍ਰਮਾਤਮਾ ਪਰਦੇ ਕੱਜਦਾ ਹੈ। ਉਹ ਹਰ ਇੱਕ ਨੂੰ ਇੱਜ਼ਤ ਦਿੰਦਾ ਹੈ, ਹਰ ਇੱਕ ਨੂੰ ਸਾਧ ਸੰਗਤ ਜੀ ਮਾਣ ਸਨਮਾਨ ਬਖਸ਼ਦਾ ਹੈ, ਹਰ ਇੱਕ ਦੇ ਪਰਦੇ ਕੱਜਦਾ ਹੈ। ਦੁਨੀਆ ਨੂੰ ਆਪਣੀ ਕੋਈ ਗਲਤੀ ਦੱਸੋ, ਗੁਨਾਹ ਦੱਸੋ, ਲੋਕ ਛੱਜ 'ਚ ਪਾ ਕੇ ਛੱਡਣਗੇ। ਪਰਮਾਤਮਾ ਅੱਗੇ ਬੇਨਤੀ ਕਰੀਏ, ਗੁਰੂ ਅੱਗੇ ਆਪਣੀ ਬੇਨਤੀ ਕਰੀਏ, ਆਪਣੀ ਹਰੇਕ ਗਲਤੀ ਦੱਸੀਏ, ਆਪਣਾ ਹਰੇਕ ਗੁਨਾਹ ਦੱਸੀਏ, ਤੇ ਮਹਾਰਾਜ ਸਾਹਿਬ ਜੀ ਉਹ ਗੁਨਾਹ ਦੀ ਮਾਫੀ ਵੀ ਦੇ ਦਿੰਦੇ ਆ ਤੇ ਪਰਦਾ ਵੀ ਪਾ ਦਿੰਦੇ ਆ। ਸਤਿਗੁਰ ਢਾਕ ਲੀਆ
ਮੋਹਿ ਪਾਪੀ ਪੜਦਾ। ਮੈਂ ਪਾਪੀ ਸਾਂ, ਮੇਰੇ ਸਤਿਗੁਰੂ ਜੀ ਨੇ ਪੜਦਾ ਪਾ ਕੇ ਮੇਰੇ ਪੜਦਾ ਢੱਕ ਦਿੱਤਾ। ਅਰਦਾਸ ਦੇ ਵਿੱਚ ਆਪਾਂ ਇੱਕ ਅੱਖਰ ਵਰਤਦੇ ਹਾਂ, ਉਹਨਾਂ ਗੁਰਮੁਖਾਂ ਨੂੰ ਵੀ ਆਪਾਂ ਚੇਤੇ ਕਰਦੇ ਜਿਨ੍ਹਾਂ ਨੇ ਵੇਖ ਕੇ ਦੇਖ ਕੇ ਅਣਡਿੱਠ ਕੀਤਾ। ਵੇਖ ਸਭ ਕੁਝ ਲਿਆ, ਪਤਾ ਲੱਗ ਗਿਆ, ਪਰ ਵੇਖ ਕੇ ਵੀ ਅਣਡਿੱਠ ਕਰ ਦਿੱਤਾ ਵੀ ਜਿਵੇਂ ਵੇਖਿਆ ਹੀ ਕੁਝ ਨਹੀਂ ਹੈ। ਸਾਧ ਸੰਗਤ ਜੀ, ਇਹ ਵੀ ਮਹਾਰਾਜ ਸਾਹਿਬ ਦੇ ਘਰ ਦੀ ਸਿੱਖਿਆ ਹੈ ਕਿ ਭਾਈ ਪਰਦਾ ਵੀ ਕੱਜਣਾ ਚਾਹੀਦਾ ਹੈ ਕਿਸੇ ਦਾ। ਤੋ ਇਸ ਕਰਕੇ ਗੁਰੂ ਸਾਹਿਬ ਜੀ ਨੇ ਜੇ ਠੱਗ ਨੂੰ ਠੱਗ ਆਖਿਆ ਤੇ ਫਿਰ ਠੱਗ ਨੂੰ ਸੰਤ ਬਣਾ ਕੇ ਛੱਡਿਆ, ਉਹਦਾ ਪਰਦਾ ਵੀ ਕੱਜਿਆ। ਰਾਖਸ਼ ਨੂੰ ਦੇਵਤਾ ਬਣਾ ਕੇ ਛੱਡਿਆ, ਚੋਰ ਨੂੰ ਸਾਧ ਬਣਾਇਆ ਮਹਾਰਾਜ ਸਾਹਿਬ ਜੀ। ਕੱਲਾ ਇਹ ਨਹੀਂ, ਦੁਨੀਆ ਕਿਸੇ ਨੂੰ ਪਾਪੀ ਤਾਂ ਕਹਿ ਸਕਦੀ ਹੈ ਵੀ ਤੂੰ ਚੋਰ ਹੈ, ਪਰ ਗੱਲ ਤੇ ਤਾਂ ਹੈ ਨਾ ਉਹਦੀ ਚੋਰੀ ਛੁਡਾ ਕੇ ਤੇ ਉਹਨੂੰ ਸੱਚੇ ਮਾਰਗ ਤੇ ਪਾਇਆ ਜਾਵੇ। ਕਿਸੇ ਦਾ ਔਗਣ ਕਹਿਣਾ, ਪਰ ਉਹਦਾ ਔਗਣ ਦੂਰ ਕਰਕੇ ਉਹਦਾ ਪਰਦਾ ਵੀ ਕੱਜਿਆ ਜਾਵੇ। ਮਹਾਰਾਜ ਸਾਹਿਬ ਜੀ ਕਹਿੰਦੇ ਉਹ ਪਰਮੇਸ਼ਰ ਸਾਹਿਬ ਦੇ ਭਾਈ ਪਰਦੇ ਵੀ ਕੱਜਦਾ ਹੈ ਆਪਣੇ ਜਨਾਂ ਦੇ। ਰਾਖ ਲੀਨੋ ਸਭ ਜਨ ਕਾ ਪਰਦਾ। ਆਪਣੇ ਜਨਾਂ ਦਾ, ਸੇਵਕਾ ਦਾ ਉਸ ਪਰਮੇਸ਼ਰ ਨੇ ਪਰਦਾ ਕੱਜਿਆ ਹੈ ਤੇ ਉਸਨੇ ਰੱਖਿਆ ਕੀਤੀ ਹੈ। ਨਾਨਕ ਤਿਸ ਕੀ ਉਸਤਤ ਕਰਦਾ। ਗਰੀਬ ਨਵਾਜ ਕਹਿੰਦੇ ਵੀ ਅਸੀਂ ਤਾਂ ਇਸ ਪਰਮੇਸ਼ਰ ਦੀ ਉਸਤਤੀ ਕਰਦੇ ਹਾਂ। ਦਾਸ ਉਸ ਵਾਹਿਗੁਰੂ ਦੀ ਉਸਤਤੀ ਕਰਦਾ ਹੈ ਜਿਸ ਨੇ ਆਪਣੇ ਸਭ ਜਨਾਂ ਦਾ, ਸਾਰੇ ਯੁੱਗਾਂ ਵਿੱਚ ਪਰਦਾ ਕੱਜਿਆ, ਪੈਜ ਰੱਖੀ ਹੈ। ਉਹ ਇੱਜ਼ਤ ਰੱਖਦਾ ਹੈ, ਪੈਜ ਰੱਖਦਾ ਹੈ। ਹਰ ਯੁੱਗ ਯੁੱਗ ਭਗਤੇ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ। ਜਿਹੜਾ ਉਹਦਾ ਬਣ ਜਾਂਦਾ ਹੈ ਨਾ, ਫਿਰ ਉਹ ਵੀ ਆਪਣੇ ਸੇਵਕਾਂ ਦਾ ਬਣ ਜਾਂਦਾ ਹੈ। ਇਸ ਕਰਕੇ ਸਾਧ ਸੰਗਤ ਜੀ, ਪਰਮੇਸ਼ਰ ਦੀ ਸ਼ਰਨ ਵੱਡੀ ਹੈ। ਜਿਹੜਾ ਵੀ ਸ਼ਰਨ ਵਿੱਚ ਪੈ ਜਾਂਦਾ ਹੈ, ਲੋਕ ਪਰਲੋਕ ਵਿੱਚ ਰਾਖੀ ਕਰਦੇ ਆ, ਲੋਕ ਪਰਲੋਕ ਵਿੱਚ ਪਰਦੇ ਕੱਜਦੇ ਆ। ਪਰਮੇਸ਼ਰ ਜੀ ਰੱਖਿਆ ਸਹਾਇਤਾ ਕਰਦੇ ਹਨ। ਤੋ ਸਤਿਗੁਰੂ ਜੀ ਨੇ ਕਿਰਪਾ ਕੀਤੀ, ਪਾਵਨ ਪਵਿੱਤਰ ਉਪਦੇਸ਼ ਬਖਸ਼ਿਆ। ਗੁਰੂ ਜੀ ਕੀ ਅਗਾਧ ਬੋਧ ਬਾਣੀ ਕੀ ਵਿਚਾਰ ਸਾਂਝੀ ਕਰਦੇ ਹਾਂ। ਹੋਈਆਂ ਭੁੱਲਾਂ ਚੁੱਕਾਂ ਦੀ ਸਤਿਗੁਰੂ ਜੀ ਗੁਰ ਸੰਗਤ ਜੀ ਖਿਮਾ ਕਰਨੀ, ਅੱਗੇ ਵਾਸਤੇ ਸਮੱਤ ਬਖਸ਼ਣੀ ਜੀ। ਦੇਹੋ ਸੱਜਣ ਅਸੀਸ ਸੜੀਆਂ, ਜਿਉ ਹੋਵੈ ਸਾਹਿਬ ਸਿਉ ਮੇਲ। ਰਾਖ ਲੀਨੋ ਸਭ ਜਨ ਕਾ ਪਰਦਾ। ਨਾਨਕ ਤਿਸ ਕੀ ਉਸਤਤ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।